ਸਾਹਿਬ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜੁਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੋਢ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬਰਾਗ ਗੁਰੂ ਗ੍ਰੰਥ ਸਾਹਿਬ ਓਦਤ ਬੰਦਾ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਪਤਿਤ ਪਾਵਨ ਭਗਤ ਵਸ਼ਰ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਜਾਗਣੇ ਔਰ ਸਤ ਸੰਗਤ ਦੀਆਂ ਘੜੀਆਂ ਦੀ ਬਖਸ਼ਿਸ਼ ਕੀਤੀ ਹੈ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਗਿਆ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੀਵਨ ਕੌਤਕ ਵਿਚਾਰ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਸਹੁਰਿਆਂ ਦੇ ਨਗਰ ਬਟਾਲੇ ਸ਼ਹਿਰ ਦੇ ਨੇੜੇ ਜੋ ਪੱਖੋ ਕੇ ਰੰਧਾਵੇ ਨਗਰ ਹੈ, ਉਸ ਨਗਰ ਦੇ ਬਾਹਰ ਖੇਤਾਂ ਦੇ ਵਿੱਚ ਬਰਾਜੇ ਹੋਏ ਨੇ। ਤੇ ਜਦੋਂ ਨਗਰ ਦੇ ਇੱਕ ਇਨਸਾਨ ਨੇ ਜਾ ਕਰਕੇ ਸਤਿਗੁਰਾਂ ਦੇ ਸਹੁਰਿਆਂ ਦੇ ਘਰ ਬਾਬਾ ਬੂਲ ਚੰਦ ਨੂੰ ਦੱਸਿਆ ਹੈ ਕਿ ਤੁਹਾਡਾ ਜੋ ਜਵਾਈ ਫਕੀਰ ਬਣਿਆ ਹੈ, ਲੰਬੇ ਸਮੇਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਰਿਹਾ ਸੀ। ਹੁਣ ਨਗਰ ਦੇ ਬਾਹਰ-ਬਾਹਰ
ਚੌਧਰੀ ਦੇ ਖੇਤਾਂ ਵਿੱਚ ਪਰਾਜਿਆ ਹੋਇਆ ਭਾਈ ਮੂਲ ਚੰਦ ਔਰ ਚੰਦੋ ਰਾਣੀ, ਜੋ ਸਤਿਗੁਰਾਂ ਦੇ ਸੱਸ ਔਰ ਸਹੁਰਾ ਹਨ, ਦੋਨੋਂ ਜਾਣੇ ਗਏ ਨੇ। ਜਾ ਕਰਕੇ ਬੜੇ ਕ੍ਰੋਧ ਦੇ ਗੁੱਸੇ ਦੇ ਨਾਲ ਕਬੋਲ ਬੋਲਣ ਲੱਗੇ ਨੇ। ਬੜੇ ਗੁੱਸੇ ਦੇ ਵਿੱਚ ਆ ਕਰਕੇ ਸਤਿਗੁਰਾਂ ਦੇ ਨਾਲ ਬਚਨ ਬਲਾਸ ਕਰਦੇ ਹਨ। ਤੇ ਜਦੋਂ ਅਜਿੱਥੇ ਚੌਧਰੀ ਨੂੰ ਪਤਾ ਲੱਗਿਆ ਹੈ ਕਿ ਮੂਲ ਚੰਦ ਜਾ ਕਰਕੇ ਸਤਿਗੁਰਾਂ ਦੇ ਨਾਲ ਝਗੜਾ ਕਰਦਾ ਹੈ, ਜੋ ਅਜਿੱਤਾ ਚੌਧਰੀ ਹੈ ਸਤਿਗੁਰਾਂ ਉੱਪਰ ਬੜੀ ਸ਼ਰਧਾ ਭਾਵਨਾ ਰੱਖਣ ਵਾਲਾ ਹੈ, ਮਹਾਰਾਜ ਜੀਆਂ ਨੇ ਉਸ ਦੇ ਉੱਪਰ ਬੜੀ ਕਿਰਪਾ ਕੀਤੀ ਹੈ, ਲੋਕ ਪਰਲੋਕ ਦਾ ਗਿਆਨ ਬਖਸ਼ਿਆ ਹੈ। ਤੇ ਜਦੋਂ ਅਜਿੱਤਾ ਚੌਧਰੀ ਗਿਆ ਹੈ, ਇਹਦੇ ਜਾਣ ਤੋਂ ਪਹਿਲਾਂ ਮੂਲ ਚੰਦ, ਚੰਦੋ ਰਾਣੀ ਔਰ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਜੋ ਮਹਿਲ ਹਨ ਪਤਨੀ ਹੈ ਮਾਤਾ ਸੁਲੱਖਣੀ ਜੀ, ਸਤਿਗੁਰਾਂ ਦੇ ਕੋਲ ਬਰਾਜੇ ਹੋਏ। ਜਦੋਂ ਕੌੜੇ ਬੋਲ ਰਹੇ ਨੇ, ਜਾ ਕਰਕੇ ਚੌਧਰੀ ਨੇ ਸਮਝਾਉਣਾ ਕੀਤਾ ਹੈ ਕਿ ਵੇਖ ਮੂਲ ਚੰਦ, ਜਿਹੜੇ ਜਵਾਈ ਭਾਈ ਹੁੰਦੇ ਨੇ ਉਹਨਾਂ ਨਾਲ ਕਦੇ ਵੀ ਕੌੜੇ ਬਚਨ ਨਹੀਂ ਕਰੀਦੇ, ਕਬੋਲ ਨਹੀਂ ਬੋਲੀਦੇ। ਮੂਲ ਚੰਦ ਕਹਿਣ ਲੱਗਾ, ਵੇਖੋ ਚੌਧਰੀ ਜੀ, ਤੁਸੀਂ ਜਾਣਦੇ ਹੋ ਜਦੋਂ ਇਹਨਾਂ ਦੇ ਨਾਲ ਮੈਂ ਆਪਣੀ ਧੀ ਦਾ ਰਿਸ਼ਤਾ ਜੋੜਿਆ ਸੀ, ਕਿੰਨਾ ਚੰਗਾ ਕੰਮਕਾਰ ਇਹ ਕਰਦੇ ਸਨ, ਮੋਦੀ ਖਾਨਾ ਚਲਾਉਂਦੇ ਸਨ, ਬੜੀ ਕਮਾਈ ਹੁੰਦੀ ਸੀ, ਬੜੀ ਮਾਇਆ ਦੇ ਮਾਲਕ ਸਨ। ਪਰ ਜਦੋਂ ਦੇ ਫਕੀਰ ਬਣੇ ਨੇ, ਆਪਣੀ ਸਾਰੀ ਮਾਇਆ ਲੁਟਾ ਦਿੱਤੀ ਹੈ, ਵਿਅਰਥ ਗਵਾ ਦਿੱਤੀ ਹੈ। ਇਹਦੀ ਜੋ ਪਤਨੀ ਹੈ, ਮੇਰੀ ਜੋ ਧੀ ਹੈ, ਇਹਦੇ ਜੋ ਦੋ ਪੁੱਤਰ ਹਨ, ਸ਼੍ਰੀ ਚੰਦ ਔਰ ਲక్ష్ਮੀ ਦਾਸ, ਉਹਨਾਂ ਦਾ ਸਾਰਾ ਖਰਚਾ ਮੈਨੂੰ ਚੱਕਣਾ ਪੈਂਦਾ ਹੈ। ਐਸਾ ਬੇਫਿਕਰ ਹੋਇਆ ਹੈ, ਕਦੇ ਵੀ ਆ ਕਰਕੇ ਉਹਨਾਂ ਦੀ ਖਬਰ ਪਤਾ ਨਹੀਂ ਲਿਆ, ਉਹਨਾਂ ਦਾ ਖਿਆਲ ਨਹੀਂ ਕਰਦਾ। ਇੰਨੇ ਕੁ ਸਮੇਂ ਨੂੰ ਗੁੱਸੇ ਵਿੱਚ ਆ ਕਰਕੇ ਚੰਦੋ ਰਾਣੀ ਵੀ ਭੈੜੇ ਬੋਲਦੀ ਹੈ ਕਿ ਵਿਹਲੇ ਰਹਿਣ ਦਾ ਨਾਰਾ ਸਾਧ ਬਣਿਆ ਹੈ। ਜੇਕਰ ਐਸੇ ਸਾਧ ਹੁੰਦੇ ਨੇ, ਇਹ ਤਾਂ ਫਿਰ ਬੜਾ ਵੱਡਾ ਗੁਨਾਹ ਹੈ। ਦੋਨੋਂ ਜਾਣੇ ਵਾਰ-ਵਾਰ ਸਤਿਗੁਰਾਂ ਦੇ ਨਾਲ ਝਗੜਦੇ ਹਨ ਤੇ ਮਾਤਾ ਸੁਲੱਖਣੀ ਜੀਆਂ ਦੇ ਵੀ ਮਨ ਵਿੱਚ ਬੜਾ ਗੁੱਸਾ ਭਰਿਆ ਹੈ। ਉਹ ਵੀ ਬੋਲਦੇ ਨੇ ਕਿ ਵੇਖੋ ਮੇਰੇ ਪਤੀ ਪਰਮੇਸ਼ਰ ਜੀ, ਜੇਕਰ ਤੁਸੀਂ ਘਰ ਨਹੀਂ ਵਸਾਉਣਾ ਸੀ, ਮੇਰੇ ਨਾਲ ਨਹੀਂ ਰਹਿਣਾ ਸੀ, ਫਿਰ ਫੇਰੇ ਕਾਹਤੋਂ ਲਾਏ? ਜੇਕਰ ਏਦਾਂ ਭਾਗਵਾਂ ਲਿਬਾਸ ਬਣਾ ਕਰਕੇ ਸੰਸਾਰ ਵਿੱਚ ਵਿਚਰਨਾ ਸੀ, ਜਦੋਂ ਤੱਕ ਤਾਂ ਤੁਹਾਡੀ ਭੈਣ ਔਰ ਮੇਰੀ ਨਨਾਣ ਬੇਬੇ ਨਾਨਕੀ ਜੀ ਜਿਉਂਦੇ ਸਨ, ਉਦੋਂ ਤੱਕ ਮੈਨੂੰ ਕੋਈ ਫਿਕਰ ਨਹੀਂ ਸੀ। ਆਪਣਾ ਵੱਡਾ ਪੁੱਤਰ ਸ਼੍ਰੀ ਚੰਦ ਉਹਨਾਂ ਕੋਲ ਰਹਿੰਦਾ ਸੀ, ਪਰ ਜਦੋਂ ਦੇ ਉਹ ਲੋਕ ਨੂੰ ਛੱਡ ਕੇ ਪਰਲੋਕ ਗਏ ਨੇ ਤੇ ਮੈਨੂੰ ਬੜੀ ਚਿੰਤਾ ਹੈ, ਮੈਨੂੰ ਬੜੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰਾ ਆਪਣਾ ਮਾਤਾ ਪਿਤਾ ਮੈਨੂੰ ਆਪਣੇ ਹੀ ਘਰ ਵਿੱਚ ਰੱਖਣਾ ਨਹੀਂ ਚਾਹੁੰਦਾ। ਕਈ ਵਾਰ ਗੱਲਾਂ ਵਿੱਚ ਤਾਨੇ ਮੇਣੇ ਮਾਰਦੇ ਨੇ ਕਿ ਵਿਆਹ ਤੋਂ ਬਾਅਦ ਵੀ ਤੂੰ ਸਾਡੇ ਗਲ ਹੀ ਪਾਈ। ਇਹ ਪਤੀ ਜੀ ਐਸੇ ਬੋਲ ਸੁਣੇ ਨਹੀਂ ਜਾਂਦੇ। ਜਦੋਂ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਤਾਈਂ ਆਪਣੇ ਹਿਰਦੇ ਦਾ ਦੁੱਖ ਮਾਤਾ ਸੁਲੱਖਣੀ ਜੀ ਦੱਸਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਬੜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਕਿ ਵੇਖ ਸੁਲੱਖਣੀ, ਜੇਕਰ ਮੇਰੇ ਨਾਲ ਰਹਿਣਾ ਹੈ, ਦੁੱਖ ਅਤੇ ਭੁੱਖ ਨੂੰ ਪ੍ਰਵਾਨ ਕਰਨਾ ਪਵੇਗਾ। ਮੇਰੇ ਨਾਲ ਰਹਿ ਕਰਕੇ ਦੁੱਖਾਂ ਦਾ ਵੀ ਸਾਹਮਣਾ ਕਰਨਾ ਪਵੇਗਾ ਔਰ ਭੁੱਖ ਨੂੰ ਵੀ ਸਹਾਰਨਾ ਪਵੇਗਾ। ਜੇਕਰ ਇਹ ਦੋਨੋਂ ਚੀਜ਼ਾਂ ਪ੍ਰਵਾਨ ਹਨ, ਫਿਰ ਤੂੰ ਮੇਰੇ ਨਾਲ ਰਹਿ ਸਕਦੀ। ਮਾਤਾ ਸੁਲੱਖਣੀ ਜੀਆਂ ਨੇ ਹੱਥ ਜੋੜੇ ਕਹਿਣ ਲੱਗੇ ਕਿ ਵੇਖੋ ਪਤੀ ਜੀ, ਮੈਂ ਕਦੇ ਵੀ ਤੁਹਾਡੇ ਕੋਲੋਂ ਸੁੰਦਰ ਮਹਿੰਗੇ ਗਹਿਣੇ ਨਹੀਂ ਮੰਗਦੀ।
कदे भी तुहाडे कोलों पाउण वास्ते महंगे सूट नहीं मंगदी। ये दुनियावी चीज़ां हैं, ये दुनियावी चीज़ां कदे भी पति की कमी पूरी नहीं कर सकती। मैनूं दुख अते भुख प्रवान है, मैं इक्को ही अरदास हर वेले करदी हाँ कि जिद्दां दा सुभाव, जिद्दां दी रहनी सहनी मेरे पति की है, परमेश्वर मैनूं भी बल बख्शे, मेरी भी रहनी सहनी कहनी बहनी उदां दी हो जाए। गुरु नानक पातशाह जियां ने बोल सुने, बड़े प्रसन्न होए, कहन लगे सुलखणे, जेकर तैनूं परवान है, भुख और दुख परवान है, तो फिर छेती दे नाल जा साडे दोनों पुत्रां नूं लैके आ, उन्हां दा साजो समान चक लिया, देर ना कर। माता सुलखणी जी हुणे उठे ने, घर जा करके दोनों पुत्रां नूं नाल लिआंदा है और उन्हां दा जो लीड़ा कपड़ा वो भी नाल बन लिआए ने। आ करके जिथे अजिते चौधरी दे खेत हन, महाराज विराजे ने। दोनों पुत्र गुरु नानक पातशाह दे बाबा श्री चंद और लक्ष्मी दास अपने पिता दे हुक्मां दे अंदर रहन लगे ने, अपने पिता दे कोल रहन लगे ने और माता सुलखणी जी भी बहुता सुख पाउंदे ने। और जो गुरु नानक पातशाह जियां दे सस और सहुरा हैं, ये दोनों जाने उठ करके घरे गए ने। मन विच बड़ा पछतावा है कि असी अपने जवाई भाई नूं बड़े भैड़े बोल बोले हैं। ते और जो अजिता चौधरी है वो सतगुरां की सेवा करता है, सेवा दे विचों बड़ा सुख प्राप्त करता है। जेड़े जन्म और मरण वर्गे भैड़े दुख हैं, इन्हां नूं नाश कर लिया है और अजिते दे उपर सतगुरां की बड़ी कृपा वर्गी है। ओदी जिंदगी नूं सतगुरां ने सुखां दे नाल भर दिता है। इथों तक पिछलियां कथा विचार आईयां सन। आओ जिस प्रकार अगे गुरु इतिहास आउंदा है, शरधा प्रेम भावना के नाम श्रवण करिए जी। सतनाम श्री वाहिगुरु साहिब जीओ। दोहरा विषयन ते बैराग हवै। कवि संतोख सिंह जी अगला अध्याय आरंभ करते हैं। आरंभता दे विच सतगुरां दा मंगल करते हुए विचारते हैं कि विषयां ते बैराग होवे, कि जिन्हां प्राणियां नूं विषयां दे नालों बैराग हो जाता है, विषय विकारां तो जिन्हां दा विछोड़ा पै जाता है, जिन्हां दे जीवन की दूरी विषय विकारां तो बड़ी दूर हो जाती है। पग अनुराग उन्हां दा ही गुरु चरणां दे नाल प्रेम वधदा है। जां फिर जिन्हां दा गुरु दे नाल प्रेम बन जाता है, जिन्हां दी गुरु दे नाल नेड़ता बन जाती है, सतसंगत दे नाल नेड़ता बन जाती है, उन्हां दी फिर विषय विकारां तो दूरी पै जाती है। जिन्हां दा गुरु दे नाल मेल हो जाता है, विषय विकारां दे नाल फिर उन्हां दा विछोड़ा पै जाता है। इस प्रकार कवि जी बख्शिश करते ने। लिव लगाए जागत रहो। इस प्रकार लिव लगाए जागत रहो, सिमर नाम वडभाग। जिहड़े वड्डियां भागां वाले हन, ओही परमेश्वर दा नाम सिमरदे हन और ओदी लिव नूं लगा करके नाम विच लिव लाउंदे ने और इस करके ज्ञान करके अपने मन नूं जगा के रखते ने, सचेत करते ने, कदे भी भुलते नहीं, भटकते नहीं, अधूरियां दी शरण विच नहीं जाते, पूरे गुरु के चरणों की शरण विच रहिंदे ने। जिन्हां दे वड्डे भाग जागते ने, उन्हां नूं सतसंगत वर्गियां अमोलक घड़ियां की बख्शिश हुंदी है। उन्हां नूं नाम दान इशनान दीयां बख्शिशां हुंदियां ने। वड्डियां भागां वालियां नूं भी अमृत वेले दे जागणे मिलदे हन।
ਫਿਰ ਉਹ ਲਿਵਲਾ ਕਰਕੇ ਸਤਸੰਗਤ ਕਰਦੇ ਹਨ ਔਰ ਇਸ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ ਜੀ। ਸ੍ਰੀ ਬਾਲਾ ਸੰਦਰਬਾਚ ਸੰਧੂ ਗੋਤ ਨਾਲ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਅਗਲਾ ਇਤਿਹਾਸ ਉਚਾਰਦੇ ਨੇ। ਚੌਪਈ ਇਤਕ ਦਿਵਸ ਜਬ ਰਹਿਤ ਬਿਤਾਏ। ਕੁਝ ਕੁ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਇਸੇ ਤਰ੍ਹਾਂ ਜਿੱਦੇ ਚੌਧਰੀ ਦੇ ਖੇਤਾਂ ਵਿੱਚ ਬਤੀਤ ਕੀਤੇ ਨੇ ਜੀ। ਦਿਨ ਪ੍ਰਤ ਮਹਿਮਾ ਹੋਏ ਅਧਿਕਾਏ। ਹਰ ਰੋਜ਼ ਸਤਿਗੁਰਾਂ ਦੀ ਜਿਹੜੀ ਮਹਿਮਾ ਹੈ, ਵਡਿਆਈ ਹੈ, ਪ੍ਰਸ਼ੰਸਾ ਹੈ, ਆਪਣੇ ਸਹੁਰਿਆਂ ਦੇ ਨਗਰ ਪੱਖੋਂ ਕੇ ਰੰਧਾਵੇ ਸਤਿਗੁਰਾਂ ਦੇ ਦੀ ਵੱਧਦੀ ਜਾਂਦੀ ਹੈ। ਅਵਲੋਕਤ ਸਮਝਿਓ ਤਬ ਮੂਲਾ। ਤੇ ਮੂਲ ਚੰਦ ਨੇ ਇਸ ਪ੍ਰਕਾਰ ਲੋਕਾਂ ਕੋਲੋਂ ਸਤਿਗੁਰਾਂ ਦੀ ਬੜੀ ਪ੍ਰਸ਼ੰਸਾ ਸੁਣੀ, ਲੋਕਾਂ ਦੇ ਕੋਲੋਂ ਬੜੀ ਵਡਿਆਈ ਸੁਣੀਆਂ ਕਿ ਮੂਲ ਚੰਦ ਜੋ ਤੇਰਾ ਜਵਾਈ ਹੈ ਉਹ ਪਰਮੇਸ਼ਰ ਰੂਪ ਹੈ, ਸਾਧੂ ਸਰੂਪ ਹੈ, ਤਿੰਨਾਂ ਲੋਕਾਂ ਦਾ ਰਾਜਾ ਹੈ, ਲੋਕ ਪ੍ਰਲੋਕ ਦਾ ਮਾਲਕ ਹੈ, ਮੁਕਤੀ ਦਾਤਾ ਹੈ, ਬੜੇ ਸੁੱਖਾਂ ਨੂੰ ਵੰਡਣ ਵਾਲਾ ਹੈ। ਜਦੋਂ ਐਸੀਆਂ ਕਥਾ ਕਹਾਣੀਆਂ ਮੂਲ ਚੰਦ ਨੇ ਲੋਕਾਂ ਦੇ ਪਾਸੋਂ ਸੁਣੀਆਂ ਨੇ। ਸ੍ਰੀ ਨਾਨਕ ਜਸ ਅਨਕੂਲਾ। ਤੇ ਮੂਲ ਚੰਦ ਦੇ ਹਿਰਦੇ ਅੰਦਰ ਵੀ ਥੋੜੀ ਥੋੜੀ ਸਤਿਗੁਰਾਂ ਪ੍ਰਤੀ ਜਿਹੜੀ ਸ਼ਰਧਾ ਭਾਵਨਾ ਹੈ ਉਹ ਵਧਣ ਲੱਗੀ ਹੈ ਜੀ। ਆਇਓ ਅਪਰ ਤਜੀ ਸਭ ਗਿਣਤੀ। ਤੇ ਇੱਕ ਦਿਨ ਐਸਾ ਆਇਆ ਹੈ, ਐਸੀ ਸ਼ਰਧਾ ਭਾਵਨਾ ਦਾ ਉਛਾਲਾ, ਪ੍ਰੇਮ ਦਾ ਉਛਾਲਾ ਮੂਲ ਚੰਦ ਦੇ ਹਿਰਦੇ ਦੇ ਵਿੱਚ ਆਇਆ ਹੈ। ਸਾਰੀਆਂ ਗਿਣਤੀਆਂ ਮਿਣਤੀਆਂ ਨੂੰ ਛੱਡਦਾ ਹੋਇਆ, ਆਪਣੀਆਂ ਭੁੱਲਾਂ ਬਖਸ਼ਾਉਂਦਾ ਹੋਇਆ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹੈ। ਹੱਥ ਜੋੜ ਕੇ ਕੀਨੀ ਬਿਨਤੀ। ਤੇ ਦੋਨੋਂ ਹੱਥ ਜੋੜੇ ਨੇ ਸਤਿਗੁਰਾਂ ਤਾਈਂ ਬੇਨਤੀ ਕਰਦਾ ਹੈ ਜੀ। ਤੁਮ ਹੋ ਮਹਾਂਪੁਰਖ ਹੋ ਪੂਰੇ। ਕਿ ਹੈ ਗੁਰੂ ਨਾਨਕ ਮੇਰੇ ਜਵਾਈ, ਮੈਂ ਭੁੱਲਣ ਹਾਰ ਹਾਂ, ਮੈਂ ਅਧੂਰਾ ਹਾਂ, ਪਰ ਤੁਸੀਂ ਤਾਂ ਪੂਰੇ ਹੋ, ਸੰਤ ਸਰੂਪ ਹੋ ਜੀ। ਮਨ ਚਲਤ ਲਖੇ ਜੋ ਰੂਰੇ। ਆਪ ਜੀਆਂ ਦੇ ਜੋ ਸੁੰਦਰ ਕੌਤਕ ਹਨ, ਚਰਿੱਤਰ ਹਨ, ਅਸੀਂ ਜਾਣ ਨਾ ਸਕੇ। ਨਿੰਦਤ ਰਹੇ ਵਿਸਾਲਾ। ਦਿਨ ਰਾਤ ਬਸ ਤੁਹਾਡੀ ਨਿੰਦਾ ਹੀ ਕੀਤੀ ਹੈ। ਬੱਚੀ ਭਾਏ ਵਿੱਚ ਜਗਤ ਜੰਜਾਲਾ। ਤੇ ਜਿਹੜੇ ਜਗਤ ਸੰਸਾਰ ਦੇ ਜੰਜਾਲ ਹਨ, ਜਿਹੜੇ ਸੰਸਾਰ ਦੇ ਬੰਧਨ ਹਨ, ਅਸੀਂ ਉਹਨਾਂ ਦੇ ਵਿੱਚ ਬੱਝੇ ਰਹੇ। ਇਸ ਪ੍ਰਕਾਰ ਆਪਣੀ ਸ਼ਰਮ ਨੂੰ ਵੇਖਦੇ ਹੋਏ, ਆਪਣੇ ਸ਼ਰੀਕੇ ਸਾਕ ਸੰਬੰਧੀਆਂ ਨੂੰ ਵੇਖਦੇ ਹੋਏ ਆਪ ਜੀਆਂ ਦੀ ਨਿੰਦਿਆ ਕਰਦੇ ਰਹੇ ਸੀ। ਆਗਨ ਕਰੇ ਬਖਸ਼ੀਏ ਮੋਹੀ। ਜਿਹੜੇ ਅਸੀਂ ਔਗਣ ਕੀਤੇ, ਭੁੱਲਾਂ ਕੀਤੀਆਂ ਨੇ, ਸਾਡੀਆਂ ਬਖਸ਼ ਲਵੋ ਜੀ। ਅਨਹਿ ਹਮਾਰੀ ਲੱਜਿਆ ਤੋਬੀ। ਤੇ ਸਾਡੀ ਜਿਹੜੀ ਸ਼ਰਮ ਹੈ ਨਾ, ਸਾਡੀ ਜਿਹੜੀ ਇੱਜ਼ਤ ਹੈ, ਇਹ ਜਵਾਈ ਉਹ ਤੁਹਾਡੇ ਹੱਥ ਵਿੱਚ ਹੈ ਜੀ। ਦੀਨ ਭਾਏ ਕੋ ਦੇਖਤੇ ਅੱਲਾ। ਇਸ ਪ੍ਰਕਾਰ ਜਦੋਂ ਦੀਨ ਹੋਇਆ ਹੈ, ਅਧੀਨ ਹੋਇਆ ਹੈ, ਨਿਮਰਤਾ ਦੇ ਵਿੱਚ ਆਇਆ ਹੈ ਮੂਲ ਚੰਦ, ਸਤਿਗੁਰਾਂ ਨੇ ਵੇਖਿਆ ਹੈ। ਕਹੇ ਬਚਨ ਕਰ ਕਿਰਪਾ ਬਿਸਾਲਾ। ਮਹਾਰਾਜ ਜੀਆਂ ਨੇ ਬੜੀ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ, ਬੜੇ ਦਿਆਲੂ ਕਿਰਪਾਲੂ ਬਚਨ ਉਚਾਰੇ ਨੇ। ਸਿਮਰੋ ਸਤਨਾਮ ਕਦਾਈ। ਤੇ ਮਹਾਰਾਜ ਕਹਿਣ ਲੱਗੇ ਕਿ हे ਮੂਲ ਚੰਦ ਜੀ, ਤੁਸੀਂ ਮੇਰੇ ਪਿਤਾ ਸਮਾਨ ਹੋ, ਤੇ ਆਪ ਜੀ ਸਤਨਾਮ ਵਾਹਿਗੁਰੂ ਦਾ ਨਾਮ ਸਿਮਰਿਆ ਕਰੋ। ਸੰਗਤ ਮਹਿ ਮੇਲ ਸੁਖ ਪਾਈ। ਤੇ ਸਤ ਸੰਗਤ ਕਰਿਆ ਕਰੋ, ਜਿਸ ਸਤ ਸੰਗਤ ਦੇ ਵਿੱਚ ਸਾਰੇ ਸੰਸਾਰ ਦੇ ਸੁਖ ਬਿਰਾਜਦੇ ਨੇ। ਕਰ ਬੰਦਨ ਕਰਤਾਰ ਅਕਾਲੀ। ਇਸ ਪ੍ਰਕਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਕੋਲ ਹਰ ਰੋਜ਼ ਬੰਦਨਾ ਨਮਸਕਾਰਾਂ ਕਰਿਆ ਕਰੋ। ਬਾਪ ਕੇ ਪਰਕ ਸੁਖਾਰੀ। ਤੇ ਫਿਰ ਹੀ ਆਪ ਜੀਆਂ ਦਾ ਸੰਸਾਰ ਤੇ ਆਉਣਾ ਸਫਲ ਹੋਵੇਗਾ, ਫਿਰ ਹੀ ਆਪ ਜੀਆਂ ਨੂੰ ਮੁਕਤੀ ਪ੍ਰਾਪਤ ਹੋਵੇਗੀ। ਇਸ ਵਿੱਚ ਸੁਣ ਕੇ ਸੀਸ ਨਿਵਾਇਓ। ਏਦਾਂ ਸੁਣ ਕਰਕੇ ਮੂਲ ਚੰਦ
ਚੰਦ ਨੇ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸਿਰ ਨਿਵਾਇਆ ਹੈ। ਅੰਬੋਕ ਪਟਲ ਦਕਸ਼ਨ ਬਿਲਗਾਇਓ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਜਿਹੜਾ ਮੋਹ ਦਾ ਪਰਦਾ ਪਾਇਆ ਸੀ ਨਾ, ਜਿਸ ਮੂਲ ਚੰਦ ਨੂੰ ਗੁਰੂ ਨਾਨਕ ਪਾਤਸ਼ਾਹ ਆਮ ਜਵਾਈਆਂ ਵਾਂਗ ਵੇਖਦੇ ਸਨ, ਜਿਸ ਮੂਲ ਚੰਦ ਜਿਹੜਾ ਮੂਲ ਚੰਦ ਸਤਿਗੁਰਾਂ ਨੂੰ ਇੱਕ ਆਮ ਇਨਸਾਨ ਵੇਖਦਾ ਸੀ, ਤੇ ਹੁਣ ਮਹਾਰਾਜ ਜੀਆਂ ਨੇ ਉਹਦੇ ਮੋਹ ਦਾ ਪਰਦਾ ਪਾੜ ਦਿੱਤਾ। ਹੁਣ ਸਤਿਗੁਰੂ ਜੀ ਉਸ ਨੂੰ ਵੀ ਭਗਵਾਨ ਖੁਦਾ ਨਜ਼ਰ ਆਉਂਦੇ ਨੇ। ਸਿਮਰਨ ਮਹਿਲ ਲੱਗੀ ਸੁਹੇਲੀ। ਤੇ ਸਤਿਗੁਰਾਂ ਦੇ ਸਿਮਰਨ ਦੇ ਵਿੱਚ ਉਹਦੀ ਬੜੀ ਸੋਹਣੀ ਲਿਵ ਲੱਗੀ ਹੈ। ਤਜੀ ਮਹਿਲ ਕੀ ਦਵੈਤ ਦੁਹੇਲੀ। ਤੇ ਜਿਹੜੀ ਪਹਿਲਾਂ ਵਾਲੀ ਭਾਵਨਾ ਸੀ ਨਾ, ਜਿਹੜੀ ਪਹਿਲਾਂ ਵਾਲੀ ਵੇਖਣੀ ਸੀ ਮੂਲ ਚੰਦ ਦੀ, ਸਤਿਗੁਰਾਂ ਪ੍ਰਤੀ ਉਹ ਸਾਰੀ ਉਸਨੇ ਤਿਆਗੀ ਹੈ। ਸਤਨੰਦ ਦਿੱਤੀਆ ਸਮਝਾਈ। ਤੇ ਮੂਲ ਚੰਦ ਨੇ ਘਰ ਵਿੱਚ ਆ ਕਰਕੇ ਆਪਣੀ ਪਤਨੀ ਚੰਦੋ ਰਾਣੀ ਨੂੰ ਵੀ ਸਮਝਾਇਆ ਹੈ। ਪਾਛਲ ਬਾਤਨ ਤੇ ਪਛਤਾਈ। ਤੇ ਇਸ ਪ੍ਰਕਾਰ ਆਪਣੇ ਪਤੀ ਕੋਲੋਂ ਜਦੋਂ ਆਪਣੇ ਜਵਾਈ ਦੀ ਮਹਿਮਾ ਸੁਣੀ ਆ, ਤੇ ਚੰਦੋ ਰਾਣੀ ਦੇ ਮਨ ਵਿੱਚ ਵੀ ਬੜਾ ਪਛਤਾਵਾ ਹੋਇਆ ਹੈ। ਕਾਲ ਕੀਨੋ ਸੰਸੰਗਾ। ਤੇ ਇਸ ਪ੍ਰਕਾਰ ਜਦੋਂ ਕੁਝ ਦਿਨ ਲਗਾਤਾਰ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦੇ, ਸਤ ਸੰਗਤ ਸ਼ਰਵਣ ਕਰਦੇ ਨੇ। ਚਰਨ ਨਾਮ ਪ੍ਰੇਮ ਉਮੰਗਾ। ਤੇ ਹੌਲੀ ਹੌਲੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੜਾ ਹੀ ਪ੍ਰੇਮ ਲੱਗਿਆ ਹੈ ਜੀ। ਭਾਈ ਬੇਬੀ ਪੂਰਨ ਦਿਨ ਮੈਂ। ਥੋੜ੍ਹਿਆਂ ਦਿਨਾਂ ਦੇ ਵਿੱਚ ਸਤਿਗੁਰਾਂ ਨੇ ਐਸੀ ਉਹਨਾਂ ਨੂੰ ਗਿਆਨ ਬਖਸ਼ਿਆ ਹੈ, ਐਸਾ ਬਲ ਬਖਸ਼ਿਆ ਹੈ, ਬੜੀ ਵਿਵੇਕ ਉਜਲ ਬੁੱਧੀ ਹੋਈ ਹੈ। ਸਤ ਅਸਤ ਲਿਖਿਓ ਸੁਭ ਮਨ ਮੈਂ। ਕੀ ਸੱਚ ਹੈ ਕੀ ਝੂਠ ਹੈ, ਚੰਦੋ ਰਾਣੀ ਮੂਲ ਚੰਦ ਨੇ ਜਾਣਿਆ ਹੈ। ਆਰ ਭਲਾ ਪੂਰਨ ਮਨ ਕੋਈ। ਇਸ ਪ੍ਰਕਾਰ ਸਮਾਂ ਬੀਤਦਾ ਗਿਆ। ਮੂਲ ਚੰਦ ਔਰ ਚੰਦੋ ਰਾਣੀ ਦੇ ਜਿਹੜੇ ਸਵਾਸ ਹਨ ਉਹ ਪੂਰੇ ਹੋਣ ਲੱਗੇ ਨੇ। ਸੁਖ ਸੁਤਨ ਤਦ ਕੇ ਕਬਦੋਈ। ਤੇ ਦੋਨੋਂ ਜਾਣੇ ਹੀ ਪਤੀ ਪਤਨੀ ਐਸਾ ਦਿਨ ਆਇਆ, ਸੁੱਖ ਦੇ ਨਾਲ ਇਸ ਲੋਕ ਨੂੰ ਛੱਡ ਕੇ ਪਰਲੋਕ ਗਮਨ ਕੀਤਾ ਹੈ। ਗਮਨੇ ਪ੍ਰਭ ਕੇ ਭਵਨ ਸੁਹਾਵਨ। ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਘਰ ਹੈ, ਉੱਥੇ ਜਾ ਬਿਰਾਜੇ ਨੇ। ਪਹੁੰਚੇ ਜਹਾਂ ਭਗਤ ਮਨ ਪਾਵਨ। ਜਿਸ ਦਰਗਾਹ ਦੇ ਵਿੱਚ ਸਵਰਗਾਂ ਵਿੱਚ ਸੱਚਖੰਡ ਵਿੱਚ ਭਗਤਾਂ ਦਾ ਵਾਸਾ ਹੈ, ਨਾਮ ਜਪਣ ਵਾਲਿਆਂ ਦਾ, ਸਤ ਸੰਗਤ ਕਰਨ ਵਾਲਿਆਂ ਦਾ ਵਾਸਾ ਹੈ ਜੀ। ਉੱਥੇ ਜਾ ਕਰਕੇ ਸਤਿਗੁਰਾਂ ਦੇ ਸੱਸ ਔਰ ਸਹੁਰਾ ਬਿਰਾਜੇ ਨੇ। ਸ੍ਰੀ ਨਾਨਕ ਜਿਨਕੀ ਗਤ ਕਰਕੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਪ੍ਰਕਾਰ ਉਹਨਾਂ ਦੇ ਅਖੀਰਲੇ ਸਮੇਂ ਉਹਨਾਂ ਦੀ ਗੱਦੀ ਕੀਤੀ, ਮੁਕਤੀ ਬਖਸ਼ੀ ਹੈ। ਸਿੱਖ ਪ੍ਰੇਮ ਵਿਚਰ ਕੇ। ਤੇ ਮਹਾਰਾਜ ਇਸ ਨਗਰ ਦੇ ਵਿੱਚ ਬੜੀ ਗੁਰਸਿੱਖੀ ਨੂੰ ਦ੍ਰਿੜ ਕਰਵਾਇਆ, ਬੜੇ ਪ੍ਰੇਮ ਦੇ ਨਾਲ ਵਿਚਰਦੇ ਨੇ। ਕਿਤਕ ਦਿਨ ਨਾ ਪਨਕੀ ਨਾ ਤਿਆਰੀ। ਕੁਝ ਕੁ ਦਿਨਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਪੱਖੋਂ ਕੇ ਰੰਧਾਵੇ ਨਗਰ ਤੋਂ ਮਹਾਰਾਜ ਅੱਗੇ ਚੱਲਣ ਦੀ ਤਿਆਰੀ ਕਰਦੇ ਨੇ। ਸਭ ਕੋ ਦਈ ਧੀਰ ਕੰਕਾਰੀ। ਤੇ ਉੱਥੋਂ ਦੇ ਲੋਕਾਂ ਨੂੰ ਮਹਾਰਾਜ ਜੀਆਂ ਨੇ ਨਾਮਦਾਨ ਇਸ਼ਨਾਨ ਦੀਆਂ ਬਖਸ਼ਿਸ਼ਾਂ ਕੀਤੀਆਂ ਨੇ। ਜਾਣ ਲੱਗੇ ਮਹਾਰਾਜ ਬੜਾ ਹੌਸਲਾ ਬਖਸ਼ਦੇ ਨੇ। ਰਾਵੀ ਤੱਕਰ ਕੀ ਨਾ ਪਿਆਣਾ। ਮਹਾਰਾਜ ਰਾਵੀ ਨਦੀ ਦੇ ਕਿਨਾਰੇ ਕਿਨਾਰੇ ਸਤਿਗੁਰੂ ਜੀ ਤੁਰੇ ਜਾਂਦੇ ਨੇ। ਪਾਛੇ ਗਮਨਤ ਮਹਿਮਲਦਾਨਾ। ਭਾਈ ਬਾਲਾ ਜੀ ਕਹਿੰਦੇ ਮੂਹਰੇ ਮੂਹਰੇ ਗੁਰੂ ਨਾਨਕ ਪਾਤਸ਼ਾਹ ਨਾਲ ਦੋਨੋਂ ਪੁੱਤਰ ਔਰ ਸਤਿਗੁਰਾਂ ਦੀ ਪਤਨੀ ਜਾ ਰਹੇ। ਭਾਈ ਬਾਲਾ ਜੀ ਕਹਿੰਦੇ ਪਿੱਛੇ ਪਿੱਛੇ ਮੈਂ ਔਰ ਮਰਦਾਨਾ ਜੀ ਆ ਰਹੇ ਹਾਂ। ਸੁੰਦਰ ਤੀਰ ਦੇਖ ਇੱਕ ਥਾਈ। ਨਦੀ ਦਾ ਸੁੰਦਰ ਜਿਹਾ ਕਿਨਾਰਾ ਵੇਖ ਕਰਕੇ ਸਤਿਗੁਰੂ ਜੀ ਬੈਠ ਗਏ ਤੇ ਸ੍ਰੀ ਜਗ ਸਾਈ। ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਨੇ। ਕੋਈ ਰੱਖੇ ਤਬ ਕੌਣ ਆਹਾਰੀ। ਮਹਾਰਾਜ ਜੀਆਂ ਨੂੰ ਪ੍ਰਸ਼ਾਦੇ ਪਾਣੀ ਦੀ ਰਤੀ ਪਰ ਭੁੱਖ ਨਹੀਂ ਲੱਗਦੀ। ਮਹਾਰਾਜ ਪਾਉਣਹਾਰੀ ਹੋਏ ਆਪਣੇ ਸਵਾਸਾਂ ਦੇ ਨਾਲ ਹੀ ਰੱਜਦੇ ਨੇ। ਜਿਉ
ਤਪ ਤਪ ਕੇ ਭਾਰੀ ਮਹਾਰਾਜ ਇਹਦਾ ਚੌਕੜਾ ਮਾਰ ਕੇ ਬੈਠੇ ਨੇ ਜਿਵੇਂ ਕੋਈ ਜਪੀ ਤੱਕੀ ਭਾਰੀ ਤਪ ਸਾਧਦਾ ਹੋਵੇ। ਸੋਨਾ ਸੁਨ ਲੋਕ ਕਹਾਂ ਚਲ ਆਏ ਸੁਣ ਸੁਣ ਕੇ ਆਸੇ ਪਾਸੇ ਨਗਰਾਂ ਦੇ ਲੋਕ ਕਿ ਗੁਰੂ ਨਾਨਕ ਦੇਵ ਜੀ ਆਏ ਨੇ, ਸਤਿਗੁਰਾਂ ਪਾਸ ਚਲ ਆਏ ਨੇ ਜੀ। ਹਿਤ ਕਰ ਪਾਦ ਪੰਕਜ ਲਪਟਾਏ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਸੇਵਾ ਕਰਦੇ ਨੇ। ਲੈ ਉਪਦੇਸ਼ ਸਿੱਖ ਬਹੁ ਮਹੇ ਤੇ ਸਤਿਗੁਰਾਂ ਤੋਂ ਉਪਦੇਸ਼ ਲੈ ਕਰਕੇ ਬਹੁਤੇ ਲੋਕ ਸਿੱਖੀ ਮਾਰਗ ਤੇ ਚੱਲਦੇ ਸਿੱਖੀ ਧਾਰਨ ਕਰਦੇ ਨੇ। ਸਗਰੇ ਦੁੱਖ ਨ ਆਪੋ ਮਹੇ ਤੇ ਜੋ ਵੀ ਸਤਿਗੁਰਾਂ ਦਾ ਨਾਮ ਜਪਦੇ ਨੇ ਭਾਈ ਆਪਣੇ ਜੀਵਨ ਦੇ ਸਾਰੇ ਦੁੱਖ ਗਵਾਉਂਦੇ ਨੇ। ਏਕ ਤੇ ਜਸ ਦੂਸਰ ਸੁਨਕਾਨਾ ਇਸ ਪ੍ਰਕਾਰ ਨਗਰ ਦੇ ਵਿੱਚ ਇੱਕ ਤੋਂ ਜਦੋਂ ਦੂਜਾ ਗੱਲਾਂ ਸੁਣਦਾ ਹੈ ਆਪੇ ਦਰਸ਼ਨ ਹਿਤ ਦਹਖਾਨਾ ਤੇ ਜਿਸ ਦੇ ਕੰਨਾਂ ਵਿੱਚ ਸਤਿਗੁਰਾਂ ਦੇ ਆਇਆਂ ਦੀ ਖਬਰ ਪੈਂਦੀ ਹੈ, ਬੜੇ ਪ੍ਰੇਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਸ਼ਨਾਂ ਲਈ ਆਉਂਦਾ ਹੈ। ਗ੍ਰਾਮ ਨਗਰ ਤਹ ਨਿਕਟ ਜੋ ਅਹੀ ਇਸ ਪ੍ਰਕਾਰ ਜਿੰਨੇ ਵੀ ਉਸ ਨਦੀ ਦੇ ਕਿਨਾਰੇ ਦੇ ਨੇੜੇ ਜੋ ਨਗਰ ਵਸਦੇ ਸਨ ਮਿਲਹਿ ਬਖਸ਼ ਕਰ ਉਸਤਤ ਕਰਹੀ ਤੇ ਆ ਕਰਕੇ ਸਾਰੇ ਹੀ ਸਤਿਗੁਰਾਂ ਦੀ ਉਸਤਤੀ ਵਡਿਆਈ ਕਰਦੇ ਨੇ। ਪੂਰਨ ਪੁਰਖ ਵੱਡਾ ਇਹ ਸਾਧੂ ਏਦਾਂ ਕਹਿੰਦੇ ਨੇ ਕਿ ਇਹ ਪੂਰਨ ਪੁਰਖ ਹੈ, ਬੜਾ ਵੱਡਾ ਸਾਧੂ ਹੈ ਜੀ। ਜਿਸ ਦਰਸ਼ਨ ਨਾਸਹਿ ਅਪਰਾਧੂ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਜਿਹੜੇ ਜੀਵਨ ਅੰਦਰ ਜਾਣੇ ਹੋਏ ਪਾਪ ਸਾਰੇ ਨਾਸ਼ ਹੁੰਦੇ ਨੇ। ਕਲਾਵਾਨ ਗੁਣਵਾਨ ਮਹਾਨਾ ਇਹ ਕਲਾਵਾਨ ਬੜੀ ਭਾਰੀ ਸ਼ਕਤੀ ਦਾ ਮਾਲਕ ਹੈ, ਗੁਣਾਂ ਦੀ ਖਾਣ ਹੈ। ਹੋਵਤ ਸਾਥ ਜੋ ਕਰਹਿ ਬਖਾਨਾ ਇਸ ਪ੍ਰਕਾਰ ਜੋ ਵੀ ਬਚਨ ਕਰਦਾ ਹੈ ਉਹ ਸਾਰੇ ਹੀ ਸੱਚ ਹੁੰਦੇ ਨੇ। ਲਿਤ ਸਾਹਿਬ ਮੈਂ ਜਿਸਕੀ ਪ੍ਰੀਤਾ ਜਿਹਦੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹਮੇਸ਼ਾ ਹੀ ਅੱਠੇ ਪੈਰ ਪ੍ਰੀਤੀ ਲੱਗੀ ਰਹਿੰਦੀ ਹੈ। ਸਾਖ ਰੂਪ ਨਹਿ ਡੋਲੇ ਚੀਤਾ ਜਿਸ ਦਾ ਹਿਰਦਾ ਬੜਾ ਸ਼ਾਂਤ ਹੈ, ਸ਼ਾਂਤੀ ਦਾ ਸਰੂਪ ਹੈ, ਕਦੇ ਵੀ ਹਿਰਦਾ ਡੋਲਦਾ ਨਹੀਂ। ਏਕ ਦਰਵੇਸ਼ ਖੁਦਾਏ ਪਿਆਰਾ ਇਹ ਤਾਂ ਦਰਵੇਸ਼ ਹੈ ਔਰ ਖੁਦਾ ਦਾ ਪਿਆਰਾ ਹੈ। ਇੱਕ ਤੋਂ ਖੁਦਾਏ ਆਪ ਤਨ ਧਾਰਾ ਜਾਂ ਏਦਾਂ ਕਹਿ ਲਵੋ ਖੁਦਾ ਨੇ ਪਰਮੇਸ਼ਰ ਨੇ ਆਪ ਹੀ ਗੁਰੂ ਨਾਨਕ ਦਾ ਸਰੀਰ ਧਾਰਿਆ ਹੋਵੇ। ਮਹਨਨ ਆਨ ਬੂਝਨਾ ਕਰਹੀ ਇਸ ਪ੍ਰਕਾਰ ਬਹੁਤੇ ਨਗਰਾਂ ਦੇ ਲੋਕ ਆਉਂਦੇ ਨੇ, ਸਤਿਗੁਰਾਂ ਨੂੰ ਆ ਕਰਕੇ ਸਵਾਲ ਪੁੱਛਦੇ ਨੇ ਜੀ। ਪੂਰਨ ਸਭ ਕੋ ਪ੍ਰਸ਼ਨ ਉਚਰਹੀ ਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਕੀਤੇ ਪ੍ਰਸ਼ਨਾਂ ਦਾ ਬੜੀ ਛੇਤੀ ਉੱਤਰ ਦਿੰਦੇ ਨੇ। ਸੰਨਿਆਸੀ ਬ੍ਰਹਮਚਾਰੀ ਗ੍ਰਸਤੀ ਜਿੰਨੇ ਵੀ ਸੰਨਿਆਸੀ ਲੋਕ ਨੇ, ਬ੍ਰਹਮਚਾਰੀ ਲੋਕ ਨੇ ਜਾਂ ਗ੍ਰਸਤੀ ਲੋਕ ਹਨ, ਤਪੀ ਪੈਰਾਗੀ ਬਾਣ ਤੇ ਪ੍ਰਸਤੀ ਜਿੰਨੇ ਵੀ ਤਪੀ ਹਨ, ਬਨਪ੍ਰਸਤ ਹਨ, ਬੈਰਾਗੀ ਧਰਮਾਂ ਦੇ ਲੋਕ ਨੇ। ਜੋਗੀ ਬਹੁਰ ਵੈਸ਼ਨੋ ਜੋ ਭਾਵੇਂ ਕੋਈ ਜੋਗੀ ਹੋਵੇ, ਭਾਵੇਂ ਕੋਈ ਵੈਸ਼ਨੋ ਹੋਵੇ, ਹਿੰਦੂ ਮੁਸਲਮਾਨ ਸਭ ਕੋ ਭਾਵੇਂ ਕੋਈ ਹਿੰਦੂ ਹੋਵੇ, ਭਾਵੇਂ ਕੋਈ ਮੁਸਲਮਾਨ ਆਵੇ ਜੀ। ਆਏ ਜੇ ਸੰਸੈ ਕੋ ਕਰਮੀ ਤੇ ਜਦੋਂ ਵੀ ਆ ਕਰਕੇ ਕੋਈ ਵੀ ਕਿਸੇ ਗੱਲ ਦੀ ਸ਼ੰਕਾ ਕਰਦਾ ਜਾਂ ਪ੍ਰਸ਼ਨ ਕਰਦਾ ਹੈ, ਦਕਸ਼ਿਣ ਉੱਤਰ ਪ੍ਰਭੂ ਚਰਨੀ ਤੇ ਗੁਰੂ ਨਾਨਕ ਪਾਤਸ਼ਾਹ ਪਲ ਦੇ ਵਿੱਚ ਹੀ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਨੇ। ਸੋਨਾ ਸੁਨ ਸਰਦਾ ਔਰ ਮਹਿ ਧਰਈ ਤੇ ਜਿਨ੍ਹਾਂ ਦੇ ਹਿਰਦੇ ਅੰਦਰ ਸਤਿਗੁਰਾਂ ਦੇ ਬਚਨ ਬਲਾਸ ਸੁਣ ਕਰਕੇ ਬੜੀ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ। ਸਾਬਤ ਲਿਖੇ ਬਿਨ ਬਹੁਰ ਵਿਚਰਹੀ ਤੇ ਗੁਰੂ ਨਾਨਕ ਪਾਤਸ਼ਾਹ ਦੁਆਰਾ ਕੀਤੇ ਗਏ ਬਚਨ ਬਲਾਸ ਲੋਕ ਆਪਣੀਆਂ ਕਿਤਾਬਾਂ ਦੇ ਉੱਪਰ, ਆਪਣੇ ਕਾਗਜ਼ਾਂ ਉੱਪਰ ਲਿਖ ਲੈਂਦੇ ਨੇ ਔਰ ਬਾਅਦ ਦੇ ਵਿੱਚ ਬੜਾ ਵਿਚਾਰਦੇ ਨੇ। ਇਸ ਪ੍ਰਕਾਰ ਮਹਾਰਾਜ ਲਾਹੌਰ ਸ਼ਹਿਰ ਦੇ ਜਿਹੜੇ ਮਨੁੱਖ ਨੇ, ਹੋਏ ਸੇਵਕ ਆਏ
ਬਣ ਕੇ ਸ਼ਰਧਾਲੂ ਬਣ ਕੇ ਰਾਵੀ ਦੇ ਕਿਨਾਰੇ ਆਏ ਨੇ। ਨਾਮਦਾਨ ਇਸਨਾਨ ਦੇੜ ਮਹਾਰਾਜ ਜੀਆਂ ਨੇ ਉਹਨਾਂ ਨੂੰ ਵੀ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ੀਆਂ ਨੇ। ਕੀਰਤਨ ਗਾਏ ਆਪਣੇ ਸਿੱਖ ਬਣਾਇਆ ਹੈ ਔਰ ਕਥਾ ਕੀਰਤਨ ਵਿੱਚ ਉਹਨਾਂ ਨੂੰ ਸਤ ਸੰਗਤ ਕਰਵਾਉਂਦੇ ਨੇ। ਚੌਪਈ ਇੱਕ ਕਰੋੜੀਆ ਖੱਤਰੀਪੁਰ ਮੈਂ ਤੇ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਇੱਕ ਕਰੋੜੀ ਮੱਲ ਜਿਹੜਾ ਖੱਤਰੀ ਸੇਠ ਹੈ। ਉਸਤਤ ਸੁਣਤ ਰਿਸ਼ਤ ਅਤ ਉਰਮੈ ਜਿਹੜਾ ਸਤਿਗੁਰਾਂ ਦੀ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਸੁਣਦਾ ਹੈ ਨਾ, ਲੋਕਾਂ ਕੋਲੋਂ ਸਤਿਗੁਰਾਂ ਦੀਆਂ ਗੱਲਾਂ ਸੁਣਦਾ ਹੈ ਤੇ ਬੜੀ ਈਰਖਾ ਕਰਦਾ ਹੈ। ਕਰਕੇ ਡਰ ਕੋ ਤਾਹੇ ਅਕਾਰੀ ਇਸ ਲਈ ਜਿਹੜੇ ਨਗਰ ਦੇ ਲੋਕ ਹਨ ਉਹ ਸੇਠ ਤੋਂ ਡਰ ਕਰਕੇ ਗੁਰ ਕੋ ਸੁਜਾਵ ਨਾ ਕਰਤ ਉਚਾਰੀ ਕਦੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਉਹਦੇ ਕੋਲ ਨਹੀਂ ਕਰਦੇ ਜੀ। ਰੰਗਰ ਸੁਖਪੁਰ ਕੀਰਤ ਧਾਨੀ ਜਿਹੜਾ ਇਹ ਲਾਹੌਰ ਸ਼ਹਿਰ ਹੈ ਨਾ, ਇਹ ਤ੍ਰੇਤੇ ਯੁੱਗ ਦੇ ਜਿਹੜੇ ਭਗਵਾਨ ਹੋਏ ਨੇ ਸ਼੍ਰੀ ਰਾਮਚੰਦਰ, ਉਹਨਾਂ ਦਾ ਜਿਹੜਾ ਪੁੱਤਰ ਸੀ ਨਾ ਉਸ ਦਾ ਨਾਮ ਸੀਗਾ ਲਘੂ। ਲਘੂ ਤੋਂ ਇਹ ਲਾਹੌਰ ਸ਼ਹਿਰ ਦਾ ਨਾਮ ਪਿਆ ਸੀ ਤੇ ਇਹ ਰਾਜਧਾਨੀ ਉਹਨਾਂ ਸਮਿਆਂ ਦੀ ਮੰਨਦੇ ਸਨ। ਬੰਦੋਗਨ ਮੇ ਥਾ ਪ੍ਰਧਾਨੀ ਤੇ ਜਿਹੜਾ ਇਹ ਕਰੋੜੀ ਮੱਲ ਸੇਠ ਹੈ, ਇਹ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਹੈ ਪਰ ਬਹੁਤਿਆਂ ਲੋਕਾਂ ਦੇ ਵਿੱਚ ਪ੍ਰਧਾਨ ਬਣਿਆ ਹੈ। ਇਸ ਪ੍ਰਕਾਰ ਇਹ ਮੂਰਖ ਸੁਭਾਅ ਦਾ ਭੈੜੀ ਮੱਤ ਦਾ ਮਾਲਕ ਹੈ ਔਰ ਲੋਕਾਂ ਦੇ ਵਿੱਚ ਇਸ ਪ੍ਰਕਾਰ ਹਕੂਮਤ ਕਰਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਦੀ ਉਪਮਾ ਵਡਿਆਈ ਕਦੇ ਵੀ ਸਹਾਰਦਾ ਨਹੀਂ। ਇੱਕ ਦਿਨ ਜੋਗੀ ਜਾਚਤ ਫਿਰਦੇ ਤੇ ਇੱਕ ਦਿਨ ਐਸਾ ਆਇਆ ਹੈ, ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਅੰਦਰ ਕੁਝ ਕੁ ਜੋਗੀ ਫਿਰਦੇ ਨੇ ਜਿਹੜੇ ਘਰ ਘਰ ਮੰਗਦੇ ਫਿਰਦੇ ਨੇ। ਸਬਤ ਕੋ ਗਾਵਨ ਕਰਦੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਜੋ ਪਹਿਲਾਂ ਮਿਲ ਚੁੱਕੇ ਨੇ ਉਹ ਜੋਗੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਮੁਖੋਂ ਉਚਾਰਿਆ ਗਿਆ ਸ਼ਬਦ ਉਹ ਗਲੀਆਂ ਦੇ ਵਿੱਚ ਬੋਲਦੇ ਫਿਰਦੇ ਨੇ। ਹੱਥਾਂ ਦੇ ਵਿੱਚ ਜਿਨ੍ਹਾਂ ਦੇ ਬੜੇ ਸੁੰਦਰ ਤੂੰਬੇ ਤੂੰਬੀਆਂ ਪਕੜੇ ਨੇ ਤੇ ਬੜੀ ਰੀਝ ਦੇ ਨਾਲ ਤੂੰਬਿਆਂ ਨੂੰ ਵਜਾਉਂਦੇ ਨੇ, ਬੜੀ ਸੁੰਦਰ ਆਵਾਜ਼ਾਂ ਵਿੱਚ ਸਤਿਗੁਰਾਂ ਦਾ ਸ਼ਬਦ ਉਚਾਰਦੇ ਨੇ। ਇਸ ਪ੍ਰਕਾਰ ਲਾਹੌਰ ਵਿੱਚ ਫਿਰਦੇ ਫਿਰਦੇ ਕਰੋੜੀ ਮੱਲ ਸੇਠ ਦੇ ਵੱਲ ਪਹੁੰਚੇ ਨੇ। ਜਿੱਥੇ ਭੈੜੀ ਮੱਤ ਵਾਲਾ ਆਪਣੇ ਘਰ ਦੇ ਵਿੱਚ ਬੈਠਾ ਹੈ ਨਾ, ਇਹਦੇ ਦਰਵਾਜ਼ੇ ਤੇ ਆਏ ਨੇ। ਤੇ ਜਦੋਂ ਸ਼ਬਦ ਆਪਣੇ ਕੰਨਾਂ ਦੇ ਵਿੱਚ ਇਸ ਕਰੋੜੀ ਮੱਲ ਨੇ ਸੁਣਿਆ ਹੈ, ਬੜੀ ਈਰਖਾ ਧਾਰਨ ਕੀਤੀ ਹੈ। ਇਸ ਪ੍ਰਕਾਰ ਏਦਾਂ ਜਾਣ ਲਵੋ ਕਿ ਜਿਵੇਂ ਕਿਸੇ ਨੂੰ ਜ਼ਹਿਰ ਦੇ ਦਈਏ ਨਾ ਤੇ ਉਹਨੂੰ ਬੜਾ ਦੁੱਖ ਹੁੰਦਾ, ਬੜਾ ਦੁਖੀ ਹੋ ਕੇ ਮਰਦਾ। ਏਦਾਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਅੰਮ੍ਰਿਤ ਰੂਪੀ ਗੁਰਬਾਣੀ ਹੈ, ਇਸ ਮੂਰਖ ਲਈ ਉਹ ਜ਼ਹਿਰ ਵਾਂਗ ਲੱਗਦੀ ਹੈ, ਇਹਨੂੰ ਜ਼ਹਿਰ ਵਾਂਗ ਦੁੱਖ ਦਿੰਦੀ ਹੈ। ਇਹ ਆਪਣੀ ਵਡਿਆਈ ਦੇ ਵਿੱਚ, ਮਦ ਹੰਕਾਰ ਦੇ ਵਿੱਚ, ਅਗਿਆਨ ਦੇ ਵਿੱਚ ਅੰਨਾ ਹੋਇਆ ਹੈ। ਤੇ ਇਸ ਪ੍ਰਕਾਰ ਇਹ ਸੰਤਾਂ ਮਹਾਂਪੁਰਖਾਂ ਤੋਂ ਬੇਮੁਖ ਹੈ। ਬੇਮੁਖ ਮਨਮੁਖ ਇਹਦਾ ਸੁਭਾਅ ਹੈ। ਇਸ ਲਈ ਜਿਹੜੇ ਜੀਵਨ ਦੇ ਸੁੱਖ ਹਨ, ਜਿਹੜਾ ਮਨ ਦੀ ਸ਼ਾਂਤੀ ਹੈ ਨਾ, ਉਹ ਬੜੀ ਦੂਰ ਹੈ। ਹਮੇਸ਼ਾ ਹੀ ਕਿਸੇ ਦੀ ਵਡਿਆਈ ਸੁਣ ਕਰਕੇ, ਗੁਰੂ ਨਾਨਕ ਪਾਤਸ਼ਾਹ ਦਾ ਨਾਮ ਸੁਣ ਕਰਕੇ ਸੜਦਾ ਰਹਿੰਦਾ ਹੈ। ਭਾਈ ਬਾਲਾ ਜੀ ਕਹਿੰਦੇ ਜਦੋਂ ਜੋਗੀ ਜਿਹਦੇ ਦਰਵਾਜ਼ੇ ਤੇ ਆਏ ਨੇ ਨਾ, ਉਦੋਂ ਇਸ ਪ੍ਰਕਾਰ ਵਚਨ ਉਚਾਰਦੇ ਸਨ। ਸ਼੍ਰੋਮਣੀ ਮੁਖ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ ਸੀ
ਜਿਹੜੇ ਜੋਗੀ ਇਹ ਸ਼ਬਦ ਗੁਰਬਾਣੀ ਗਾਉਂਦੇ ਸਨ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ। ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ। ਇਹ ਜੋਗੀ ਉੱਚੀ ਉੱਚੀ ਬੋਲਦੇ ਨੇ ਕਿ ਗੁਰੂ ਨਾਨਕ ਜੀ ਕਹਿੰਦੇ ਨੇ ਕਿ ਮੇਰੇ ਸਿੱਖੋ, ਇਹ ਸ਼ਰਧਾ ਭਾਵਨਾ ਵਾਲਿਓ, ਇਹ ਪ੍ਰਾਣੀਓ, ਇਨਸਾਨੋ ਸੁਣਨਾ ਕਰੋ। ਰੱਬ ਮੁਕੇਸੀਆ ਬੈਠਾ ਕੱਢ ਵਹੀ। ਇਹ ਮੇਰੇ ਮਨਾ ਇਸ ਗੱਲ ਨੂੰ ਸੁਣਨਾ ਕਰ ਕਿ ਜਦੋਂ ਲੋਕ ਨੂੰ ਛੱਡ ਕੇ ਪਰਲੋਕ ਜਾਵੇਗਾ, ਜਿਵੇਂ ਕੋਈ ਕਿਸਾਨ ਆਪਣਾ ਹਿਸਾਬ ਕਿਤਾਬ ਕਰਨ ਵਾਸਤੇ ਆੜ੍ਹਤੀਏ ਦੀ ਆੜ੍ਹਤ ਤੇ ਜਾਂਦਾ, ਦੁਕਾਨ ਤੇ ਜਾਂਦਾ ਹੈ, ਤੇ ਲੇਖਾ ਜੋਖਾ ਕਰਨ ਵਾਸਤੇ ਉਹ ਲਾਲ ਰੰਗ ਦੀ ਇੱਕ ਡਾਇਰੀ, ਇੱਕ ਕਿਤਾਬ ਹੁੰਦੀ ਹੈ। ਇਸ ਪ੍ਰਕਾਰ ਜਿਸ ਨੂੰ ਵਹੀ ਕਿਹਾ ਜਾਂਦਾ ਹੈ, ਆਮ ਹੀ ਆਪ ਜੀ ਦੁਕਾਨਾਂ ਤੇ ਵੇਖਦੇ ਹੋ। ਤੇ ਜਿਹੜੇ ਜੋਗੀ ਹਨ ਇਹ ਸ਼ਬਦ ਉਚਾਰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ ਕਿ ਐ ਮੇਰਿਆ ਮਨਾ, ਤੂੰ ਮੇਰੇ ਬਚਨਾਂ ਨੂੰ ਸੁਣਨਾ ਕਰ, ਚੰਗੇ ਗੁਣਾਂ ਦਾ ਧਾਰਨੀ ਹੋ, ਨਹੀਂ ਤਾਂ ਜਦੋਂ ਲੋਕ ਨੂੰ ਛੱਡ ਕੇ ਪਰਲੋਕ ਜਾਵੇਗਾ ਨਾ, ਤੇ ਕੀਤੇ ਗਏ ਭੈੜੇ ਕਰਮਾਂ ਦਾ ਲੇਖਾ ਰੱਬ ਮੰਗੇਸੀ ਆ। ਜਿਹੜਾ ਰੱਬ ਹੈ, ਵਾਹਿਗੁਰੂ ਹੈ, ਉਹ ਉਹਨਾਂ ਦਾ ਲੇਖਾ ਲਵੇਗਾ। ਬੈਠਾ ਕੱਢ ਬਹੀ, ਤੇਰੇ ਕੀਤੇ ਗਏ ਚੰਗੇ ਮਾੜੇ ਕਰਮਾਂ ਉਸਨੇ ਬਹੀ ਦੇ ਉੱਪਰ ਉਤਾਰਨੇ ਕੀਤੇ ਨੇ। ਤੇ ਜਦੋਂ ਤੂੰ ਸਵਾਸਾਂ ਨੂੰ ਤਿਆਗ ਕਰਕੇ ਪਰਲੋਕ ਜਾਵੇਗਾ, ਫਿਰ ਤੇਰੇ ਕਰਮਾਂ ਦੀ ਬਹੀ ਖੁੱਲ੍ਹੇਗੀ ਤੇ ਕੀਤੇ ਗਏ ਚੰਗੇ ਮਾੜੇ ਕਰਮਾਂ ਦਾ ਲੇਖਾ ਜੋਖਾ ਹੋਵੇਗਾ। ਤਲਪਾ ਪੌਸਨ ਆਕੀਆ ਬਾਕੀ ਜਿਨਾ ਰਹੀ। ਤੇ ਜਿਨ੍ਹਾਂ ਦਾ ਦਰਗਾਹ ਦੇ ਵਿੱਚ ਲੇਖਾ ਜੋਖਾ ਰਹਿੰਦਾ ਹੈ, ਤੇ ਫਿਰ ਉਹ ਵਾਰ-ਵਾਰ ਜੰਮਦੇ ਨੇ, ਵਾਰ-ਵਾਰ ਮਰਦੇ ਨੇ, ਤੇ ਮਰਿਆਂ ਨੂੰ ਵਾਰ-ਵਾਰ ਜਿਹੜੇ ਜੰਮ ਨੇ ਉਹ ਭੈੜੀਆਂ ਮਾਰਾਂ ਮਾਰ ਕੇ ਦਰਗਾਹ ਵਿੱਚ ਲੈ ਜਾਂਦੇ ਨੇ। ਅਜਰਾਇਲ ਫਰਿਸ਼ਤਾ ਹੋਸੀ ਆਏ ਤਾਈ। ਤੇ ਜਿਹੜਾ ਮੌਤ ਦਾ ਫਰਿਸ਼ਤਾ ਹੈ, ਜਿਸ ਨੇ ਮੌਤ ਦੇਣੀ ਹੈ, ਉਹ ਹਮੇਸ਼ਾ ਹੀ ਨਾਲ ਨਾਲ ਰਹਿੰਦਾ ਹੈ ਜੀ। ਆਵਨ ਜਾਨ ਨਾ ਸੁਝਈ ਭੀੜੀ ਗੱਲੀ ਫਕੀ। ਤੇ ਜਿਹੜਾ ਮਨੁੱਖ ਹੈ ਇਹ ਗੱਲ ਸੋਚਦਾ ਨਹੀਂ ਕਿ ਜੇਕਰ ਇਸ ਵਾਰ ਵੀ ਮਿਲਿਆ ਮਨੁੱਖਾ ਜੀਵਨ, ਮੈਂ ਭਜਨ ਬੰਦਗੀ ਤੋਂ ਬਿਨਾਂ, ਅੰਮ੍ਰਿਤ ਦੀ ਦਾਤ ਤੋਂ ਬਿਨਾਂ ਵਿਅਰਥ ਗਵਾ ਦਿੱਤਾ, ਤੇ ਫਿਰ ਭੀੜੀ ਗਲੀ ਫਹੀ। ਤੇ ਫਿਰ ਜਿਹੜੀਆਂ ਭੀੜੀਆਂ ਗਲੀਆਂ ਹਨ, ਮਹਾਰਾਜ ਆਸਾਦੀ ਵਾਰ ਵਿੱਚ ਵੀ ਬਖਸ਼ਿਸ਼ ਕਰਦੇ। ਤੇ ਇਸ ਪ੍ਰਕਾਰ ਸਤਿਗੁਰੂ ਜੀ ਇਹਨਾਂ ਸ਼ਬਦਾਂ ਵਿੱਚ ਵੀ ਬਖਸ਼ਿਸ਼ ਕਰਦੇ ਨੇ ਕਿ ਆਵਣ ਜਾਣ ਨਾ ਸੁਝਈ ਭੀੜੀ ਗਲੀ ਭਾਈ। ਜਿਹੜਾ ਸੂਖਮ ਸਰੀਰ ਆ ਨਾ, ਜਿਹੜਾ ਇਹ ਦੇਹੀ ਹੈ, ਇਹ ਤਾਂ ਇੱਥੇ ਹੀ ਸਿਵਿਆਂ ਵਿੱਚ ਸੜ ਜਾਵੇਗੀ। ਜਿਹੜੀ ਆਤਮਾ ਹੈ, ਇਸ ਨੂੰ ਵਿੱਚ ਬੜੀਆਂ ਭੀੜੀਆਂ ਗਲੀਆਂ ਵਿੱਚ ਦੀ ਲੰਘਣਾ ਪਵੇ। ਇੱਦਾਂ ਜਾਣ ਲਵੋ ਜਿਵੇਂ ਸੂਈ ਦੇ ਨੱਕੇ ਵਿੱਚ ਦੀ ਲਗਾਉਣੀ ਹੋਵੇ ਨਾ ਆਤਮਾ, ਤੇ ਕਿੰਨਾ ਦੁੱਖ ਪ੍ਰਾਪਤ ਹੋਵੇ। ਇਸ ਪ੍ਰਕਾਰ ਜਿਹੜੇ ਦੁੱਖ ਪ੍ਰਾਪਤ ਹੋਵਣਗੇ। ਮਹਾਰਾਜ ਕਹਿੰਦੇ ਜਿਹੜਾ ਇਹ ਝੂਠ ਦਾ ਸੰਸਾਰ ਹੈ, ਇਹ ਇੱਥੇ ਹੀ ਮਿਟ ਜਾਵੇਗਾ। ਜੀਵਨ ਅੰਦਰ ਕੀਤੇ ਗਏ ਭੈੜੇ ਕਰਮ ਜਿਹੜੇ ਹਨ, ਉਹਨਾਂ ਦਾ ਇਸ ਪ੍ਰਕਾਰ ਲੇਖਾ ਜੋਖਾ ਹੁੰਦਾ ਹੈ। ਓੜਕ ਸੱਚ ਰਹੀ, ਤੇ ਹਮੇਸ਼ਾ ਜਿਹੜਾ ਸੱਚ ਹੈ ਨਾ, ਉਹੀ ਅੱਗੇ ਰਹਿੰਦਾ ਹੈ। ਝੂਠ ਦੇ ਕੀਤੇ ਗਏ ਭੈੜੇ ਕਰਮ, ਕੂੜ ਬੋਲ ਕਮਾਈ ਗਈ ਮਾਇਆ, ਉਹ ਇਸ ਪ੍ਰਕਾਰ ਵਿਅਰਥ ਜਾਂਦੀ ਹੈ। ਓੜਕ ਸੱਚ ਰਹੀ, ਤੇ ਹਮੇਸ਼ਾ ਜਿਹੜਾ ਪਰਮੇਸ਼ਰ ਦਾ ਨਾਮ ਹੈ, ਕੀਤੀ ਗਈ ਸਤਸੰਗਤ, ਕੀਤੀ ਗਈ ਸੇਵਾ ਸਿਮਰਨ, ਇਹਨੇ ਹੀ ਅੱਗੇ ਰਹਿਣਾ ਹੈ। ਇਸ ਪ੍ਰਕਾਰ ਜਦੋਂ ਜੋਗੀ ਐਸੇ ਸ਼ਬਦ ਉਚਾਰਦੇ ਨੇ, ਕਰੋੜੀ ਮਨ ਦੇ ਦਰਵਾਜ਼ੇ ਤੇ ਖੜ ਕੇ ਬੜੇ ਗੁੱਸੇ ਦੇ ਵਿੱਚ ਆ ਕੇ ਬੋਲਦਾ ਹੈ ਕਿ ਜਿਹੜਾ ਇਹ ਗੁਰੂ ਨਾਨਕ ਹੈ ਨਾ, ਇਹਨੇ ਹਿੰਦੂ ਵੀ ਆਪਣੇ ਮਗਰ ਲਾ ਲਏ ਨੇ, ਬੜੇ ਖੁਆਰ ਕੀਤੇ ਨੇ। ਤੇ ਜਿਹੜੇ ਤੁਰਕ ਹਨ ਨਾ, ਮੁਸਲਮਾਨ ਹਨ, ਇਹ ਵੀ ਆਪਣੇ ਧਰਮ ਨੂੰ ਭੁੱਲ ਚੁੱਕੇ ਨੇ, ਆਪਣਾ ਮਾਣ ਭੁੱਲ ਚੁੱਕੇ ਨੇ, ਤੇ ਗੁਰੂ ਨਾਨਕ ਦੀ ਸੇਵਾ ਕਰਦੇ ਨੇ। ਜਿਹੜੇ ਹਿੰਦੂ ਅਤੇ ਤੁਰਕ ਹਨ,
ਆਪਣੇ ਧਰਮਾਂ ਦੇ ਨਿਯਮਾਂ ਨੂੰ ਭੁੱਲ ਕਰਕੇ ਗੁਰੂ ਨਾਨਕ ਦੇ ਪਿੱਛੇ ਹੋ ਤੁਰੇ ਨੇ। ਚੌਪਈ ਗੁਰੂ ਨਾਨਕ ਮੈਂ ਪਿੱਛੋਂ ਨਾ ਜਾਣਾ। ਇਹ ਕੈਸਾ ਹੈ ਗੁਰੂ ਨਾਨਕ, ਮੈਂ ਇਹਨੂੰ ਵੇਖਿਆ ਨਹੀਂ ਜਾਣਿਆ ਨਹੀਂ। ਜਿਸ ਜਸ ਕਹੇ ਹਿੰਦੂ ਤੁਰਕਾਨਾ। ਤੇ ਜਿਸ ਦੀ ਵਡਿਆਈ ਹਿੰਦੂ ਔਰ ਤੁਰਕ ਦੋਨੋਂ ਹੀ ਕਰਦੇ ਨੇ। ਤੇ ਇਸ ਗੁਰੂ ਨਾਨਕ ਦੀ ਸਾਰੇ ਸੰਸਾਰ ਵਿੱਚ ਜਿੱਥੇ ਵੀ ਮੈਂ ਚਲਿਆ ਜਾਵਾਂ ਉੱਥੇ ਹੀ ਇਹਦੀ ਵਡਿਆਈ ਉਪਮਾ ਹੁੰਦੀ ਹੈ। ਸਮਝ ਬਿਠੇ ਕੁਛ ਆਏ ਨਾ ਮੇਰੀ। ਤੇ ਮੇਰੀ ਸਮਝ ਵਿੱਚ ਆਉਂਦਾ ਨਹੀਂ ਇਸ ਗੁਰੂ ਨਾਨਕ ਵਿੱਚ ਐਸਾ ਹੈ ਕਿ ਜਿਹੜੇ ਤੁਰਕ ਮੁਸਲਮਾਨ ਆਪਣੇ ਧਰਮ ਨੂੰ ਛੱਡ ਕੇ, ਹਿੰਦੂ ਆਪਣੇ ਧਰਮ ਨੂੰ ਛੱਡ ਕੇ ਇਹਦੇ ਚਰਨ ਪਰਸਦੇ ਨੇ। ਤੂੰ ਐਸਾ ਕਲਕਾਲ ਮਝਾਰੀ। ਐਸਾ ਕੀ ਹੈ ਕਲਯੁਗ ਭਿਆਨਕ ਸਮੇਂ ਅੰਦਰ। ਸਭ ਭੈ ਜਿਨ ਕੇ ਅਨੁਸਾਰੀ। ਜਿਹੜੇ ਸਾਰੇ ਹੀ ਗੁਰੂ ਨਾਨਕ ਦੇ ਹੁਕਮਾਂ ਅਨੁਸਾਰ ਚੱਲਦੇ ਨੇ। ਮੈਂ ਕੀਨੀ ਇੱਕ ਰੀਤ ਪਰਖੀ। ਤੇ ਇਸ ਪ੍ਰਕਾਰ ਮੈਂ ਇਹ ਰੀਤ ਇਹ ਮਰਿਆਦਾ ਪਰਖਣੀ ਚਾਹਾਂਗਾ। ਸੇਵਕ ਸਭ ਦੇਖਾ ਦੇਖੀ। ਤੇ ਜਿਹੜੇ ਗੁਰੂ ਨਾਨਕ ਦੇ ਸੇਵਕ ਬਣੇ ਨੇ ਇਹ ਸਾਰੇ ਵੇਖਾ ਵੇਖੀ ਦੀ ਸਿੱਖੀ ਅਪਣਾਉਂਦੇ ਨੇ। ਬਸ ਇੱਕ ਦੂਜੇ ਨੂੰ ਵੇਖ ਕੇ ਹੀ ਗੁਰੂ ਨਾਨਕ ਦਾ ਪੱਲਾ ਪਕੜ ਲੈਂਦੇ ਨੇ। ਚਾਲ ਚਾਲ ਨਿਜ ਤਿਆਗੀ। ਇਹ ਖੋਟੀ ਚਾਲ ਚੱਲਦੇ ਨੇ, ਆਪਣੇ ਧਰਮਾਂ ਦੀਆਂ ਚਾਲਾਂ ਨੂੰ ਛੱਡ ਕਰਕੇ ਪਰਾਏ ਧਰਮ ਦੀ ਚਾਲ ਗੁਰੂ ਨਾਨਕ ਪਿੱਛੇ ਤੁਰਦੇ ਨੇ। ਮੋਹੇ ਭਾਲੀ ਨਹੀਂ ਲਾਗੀ। ਤੇ ਮੈਨੂੰ ਇਹ ਗੱਲ ਚੰਗੀ ਬਿਲਕੁਲ ਨਹੀਂ ਲੱਗਦੀ। ਕਿਆ ਦੋਸ ਅਲਾਵ। ਤੇ ਜਿਹੜੇ ਇਹਦੇ ਸਿੱਖ ਬਣ ਰਹੇ ਨੇ, ਜਿਹੜੇ ਲੋਕ ਇਹਦੇ ਪਿੱਛੇ ਲੱਗ ਰਹੇ ਨੇ, ਉਹਨਾਂ ਦਾ ਕੀ ਕਸੂਰ ਕੱਢ ਦੇਵਾਂ। ਤੇ ਜਿਹੜਾ ਇਹ ਗੁਰੂ ਨਾਨਕ ਹੈ ਨਾ ਸਾਰਿਆਂ ਨੂੰ ਪਿੱਛੇ ਲਾਉਣ ਵਾਲਾ, ਮੈਂ ਇਹਨੂੰ ਹੀ ਪਕੜ ਕੇ ਲਿਆਵਾਂਗਾ। ਤੇ ਲਾਹੌਰ ਸ਼ਹਿਰ ਦੀਆਂ ਜੇਲ੍ਹਾਂ ਅੰਦਰ ਇਹਨੂੰ ਕੈਦ ਕਰ ਲਵਾਂਗਾ। ਤੇ ਕੈਦ ਕਰਕੇ ਫਿਰ ਇਹਨੂੰ ਮੈਂ ਆਪਣੀ ਸਿੱਖਿਆ ਦੇਵਾਂਗਾ। ਇਸ ਪ੍ਰਕਾਰ ਇਹਨੂੰ ਕੈਦ ਕਰਕੇ ਫਿਰ ਮੈਂ ਚੰਗੀ ਤਰ੍ਹਾਂ ਵਰਜਾਂਗਾ, ਸਮਝਾਵਾਂਗਾ। ਏਦਾਂ ਕਰੋੜੀ ਮੱਲ ਨੇ ਬਚਨ ਵਿਲਾਸ ਕੀਤੇ ਨੇ ਔਰ ਲੱਗੀ ਹੋਈ ਆਪਣੀ ਸਭਾ ਵਿੱਚ ਉੱਚੀ ਆਵਾਜ਼ ਵਿੱਚ ਬੋਲਿਆ ਹੈ। ਇੱਕ ਆਪਣੇ ਸੇਵਕ ਨੂੰ ਆਵਾਜ਼ ਮਾਰ ਕੇ ਇਹਨੇ ਕੋਲ ਸੱਦਿਆ ਹੈ ਜੀ। ਕਹਿਣ ਲੱਗਾ ਜਾਓ ਮੇਰੀ ਘੋੜੀ ਲੈ ਕੇ ਆਓ, ਹੁਣ ਮੈਂ ਘੋੜੀ ਦੇ ਉੱਪਰ ਸਵਾਰ ਹੋ ਕੇ ਜਾਵਾਂਗਾ। ਤੇ ਇਸ ਪ੍ਰਕਾਰ ਲਿਆਓ ਛੇਤੀ ਮੇਰੀ ਘੋੜੀ ਦੇ ਉੱਪਰ ਕਾਠੀ ਪਾ ਕਰਕੇ। ਤੇ ਜਦੋਂ ਸੇਵਕ ਨੇ ਕਰੋੜੀ ਮੱਲ ਦੇ ਬਚਨ ਸੁਣੇ ਨੇ, ਛੇਤੀ ਦੇ ਨਾਲ ਤਬੇਲੇ ਵਿੱਚੋਂ ਘੋੜੀ ਖੋਲੀ, ਕਾਠੀ ਪਾ ਕਰਕੇ ਤਿਆਰ ਕੀਤੀ ਹੈ। ਤੇ ਜਿਹਨੂੰ ਆਪਣੀ ਮਾਇਆ ਦਾ ਬੜਾ ਹੰਕਾਰ ਹੈ, ਬੜੇ ਹੰਕਾਰ ਦੇ ਵਿੱਚ ਹੋ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਪਕੜਨ ਵਾਸਤੇ ਜਦੋਂ ਘੋੜੀ ਤੇ ਚੜ੍ਹਨ ਲੱਗਾ ਹੈ। ਤੇ ਜਦੋਂ ਹੀ ਆਪਣਾ ਪੈਰ ਘੋੜੀ ਦੀ ਰਕਾਬ ਦੇ ਵਿੱਚ ਪਾਇਆ ਹੈ ਜੀ, ਤੇ ਜਿਹੜੀ ਘੋੜੀ ਹੈ ਉਹਦਾ ਸਰੀਰ ਠਰ ਗਿਆ ਹੈ। ਉਸਨੇ ਕੁਝ ਕੁ ਪੈਰ ਅੱਗੇ ਵੱਟੇ ਨੇ। ਤੇ ਕਰੋੜੀ ਮੱਲ ਤੋਂ ਆਪਣਾ ਆਪ ਸੰਭਾਲਿਆ ਨਾ ਗਿਆ। ਤੇ ਇਸ ਪ੍ਰਕਾਰ ਬੁੱਧੇ ਮੂੰਹ ਇਹ ਖੱਤਰੀ ਧਰਤੀ ਤੇ ਡਿੱਗਿਆ ਹੈ। ਤੇ ਕਵੀ ਜੀ ਕਹਿੰਦੇ ਜਦੋਂ ਧਰਤੀ ਤੇ ਡਿੱਗਿਆ ਹੈ ਤੇ ਸਿਰ ਦੀ ਜੋ ਸ਼ਾਨ ਹੁੰਦੀ ਹੈ ਨਾ ਪੱਗ, ਇਸ ਪ੍ਰਕਾਰ ਹੰਕਾਰੀ ਦੇ ਸਿਰ ਤੋਂ ਲੈ ਕੇ ਡਿੱਗੀ ਹੈ। ਤੇ ਕਰੋੜੀ ਮੱਲ ਨੇ ਇਹ ਬੜਾ ਅਪਸ਼ਗਨ ਮੰਨਿਆ ਹੈ। ਤੇ ਫਿਰ ਘੋੜੀ ਤੇ ਉਸ ਦਿਨ ਸਵਾਰ ਨਾ ਹੋਇਆ, ਉਸ ਦਿਨ ਆਪਣੇ ਮਹਿਲਾਂ ਦੇ ਵਿੱਚ ਹੀ ਰਿਹਾ ਹੈ।
ਤੇ ਜਿਹੜੇ ਇਹਦੇ ਨੇੜੇ ਰਹਿਣ ਵਾਲੇ ਨਿਕਟ ਵਰਤੀਏ ਇਹਦੇ ਨੌਕਰ ਚਾਕਰ ਸੇਵਾਦਾਰ ਵਜ਼ੀਰ ਸਨ ਉਹਨਾਂ ਨੇ ਸਮਝਾਉਣਾ ਕੀਤਾ ਹੈ ਮਹਾਂਪੁਰਖ ਸ੍ਰੀ ਨਾਨਕ ਜੀ ਨੂੰ ਕਿ ਜਿਹੜਾ ਗੁਰੂ ਨਾਨਕ ਹੈ ਨਾ ਉਹ ਤਾਂ ਪੂਰਨ ਮਹਾਂਪੁਰਖ ਹੈ ਕਰੋੜੀ ਮਲ ਜਾਣਨਾ ਕਰ ਕਰੇ ਨਿਰਾਕਰ ਸੁਣਤ ਨ ਕਾਈ ਤੇ ਇਸ ਪ੍ਰਕਾਰ ਲੋਕਾਂ ਦੇ ਬਚਨ ਨਹੀਂ ਸੁਣਦਾ ਜਿਹੜੇ ਇਹਨੂੰ ਸਮਝਾਉਂਦੇ ਨੇ ਨਾ ਇਹਦੇ ਸੰਗੀ ਸਾਥੀ ਉਹਨਾਂ ਦੀ ਇੱਕ ਵੀ ਗੱਲ ਨਹੀਂ ਸੁਣਦਾ ਬੜੇ ਅਪਸ਼ਬਦ ਗੁਰੂ ਨਾਨਕ ਦੇਵ ਜੀਆਂ ਪ੍ਰਤੀ ਵਰਤਦਾ ਬੜਾ ਨਿਰਾਦਰ ਕਰਦਾ ਹੈ ਕਹੇ ਕਿ ਕਹੋ ਭੂਰ ਕੋ ਜਾਈ ਤੇ ਕਹਿੰਦਾ ਹੈ ਕਿ ਸਵੇਰ ਹੁੰਦੇ ਹੀ ਘੋੜੀ ਤੇ ਸਵਾਰ ਹੋਵਾਂਗਾ ਤੇ ਗੁਰੂ ਨਾਨਕ ਨੂੰ ਪਕੜ ਕੇ ਲਿਆਵਾਂਗਾ ਰਤਨੀ ਕਾਟ ਤੀਤ ਸੋ ਮੁੰਡਾ ਤੇ ਭਾਈ ਬਾਲਾ ਜੀ ਕਹਿੰਦੇ ਇਸ ਪ੍ਰਕਾਰ ਸੋਚਦਾ ਵਿਚਾਰਦਾ ਇਹ ਮੂਰਖ ਰਾਤ ਬਤੀਤ ਕਰਦਾ ਹੈ ਅਗਲੇ ਦਿਨ ਮੈਂ ਭਇਓ ਅਰੂਡਾ ਤੇ ਅਗਲੇ ਦਿਨ ਦੀ ਸਵੇਰ ਹੋਈ ਹੈ ਤਿਆਰ ਬਰ ਤਿਆਰ ਹੋਇਆ ਹੈ ਘੋੜੀ ਦੇ ਉੱਪਰ ਸਵਾਰ ਹੋਇਆ ਹੈ ਜੀ ਗਮਨੇ ਪ੍ਰਿੰਦ ਸੰਗ ਨਰਦਾਹੀ ਤੇ ਬੜੇ ਹੋਰ ਵੀ ਇਹਦੇ ਜਿਹੜੇ ਸੰਗੀ ਸਾਥੀ ਸਨ ਉਹ ਵੀ ਇਹਦੇ ਨਾਲ ਚੱਲੇ ਨੇ ਆਪ ਪਏ ਸਰਪ ਮਗਮਾਹੀ ਤੇ ਇਸ ਪ੍ਰਕਾਰ ਜਿੱਧਰ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਵੀ ਦੇ ਕਿਨਾਰੇ ਵਿਰਾਜੇ ਨੇ ਤੇ ਉਧਰਲੇ ਰਸਤੇ ਨੂੰ ਜਦੋਂ ਆਉਂਦਾ ਹੈ ਐਸੀ ਪ੍ਰਭ ਰਹਤੇ ਕਿਤਕ ਜਬ ਦੂਰੀ ਜਦੋਂ ਗੁਰੂ ਨਾਨਕ ਪਾਤਸ਼ਾਹ ਥੋੜੀ ਦੂਰੀ ਤੇ ਇਹਦੇ ਕੋਲੋਂ ਰਹੇ ਨੇ ਭਇਓ ਅੰਤ ਨਹਿ ਪੇਖਤ ਹਦੂਰੀ ਤੇ ਸੰਗਤ ਜੀ ਰਸਤੇ ਦੇ ਵਿੱਚ ਆਉਂਦਾ ਆਉਂਦਾ ਹੰਕਾਰੀ ਕਰੋੜੀ ਮਨ ਅੰਨਾ ਹੋਇਆ ਹੈ ਅੱਖਾਂ ਤੋਂ ਦਿਸਣਾ ਬੰਦ ਹੋਇਆ ਹੈ ਜੀ ਗਰਭ ਮਨ ਕਾ ਪੀੜਾ ਵਿਆਪੀ ਤੇ ਬੜਾ ਹੰਕਾਰੀ ਸੀ ਜਦੋਂ ਅੱਖਾਂ ਤੋਂ ਦਿਸਣਾ ਬੰਦ ਹੋਇਆ ਹੈ ਬੜੀ ਪੀੜ ਪ੍ਰਾਪਤ ਹੋਈ ਹੈ ਬੋਲ ਨ ਸਕਨੇ ਨਿੰਦ ਕਰ ਪਾਪੀ ਤੇ ਜਿਹੜਾ ਆਪਣੇ ਤਖਤ ਤੇ ਬੈਠ ਕਰਕੇ ਗੁਰੂ ਨਾਨਕ ਦੀ ਬੜੀ ਨਿੰਦਿਆ ਕਰਦਾ ਸੀ ਬੜੀ ਉੱਚੀ ਉੱਚੀ ਬੋਲਦਾ ਸੀ ਕਿ ਗੁਰੂ ਨਾਨਕ ਨੂੰ ਪਕੜ ਲਿਆਵਾਂਗਾ ਕੈਦ ਕਰ ਦੇਵਾਂਗਾ ਹੁਣ ਅੱਖਾਂ ਤੋਂ ਦਿਸਣਾ ਬੰਦ ਹੋਇਆ ਹੈ ਤੇ ਜ਼ੁਬਾਨ ਤੋਂ ਕੋਈ ਸ਼ਬਦ ਨਿਕਲਦਾ ਨਹੀਂ ਨਾਮ ਸਮਝਿਓ ਮੂਰਖ ਮਾਨੀ ਤੇ ਫਿਰ ਇਹ ਮੂਰਖ ਮਨ ਵਾਲਾ ਆਪਣੇ ਮਨ ਹੀ ਮਨ ਵਿੱਚ ਸਮਝਿਆ ਹੈ ਨੀਰਕ ਕਲਾਵਾਨ ਕਰਖਾਨੀ ਕਿ ਜਿਸ ਗੁਰੂ ਨਾਨਕ ਨੂੰ ਮੈਂ ਪਕੜਨ ਵਾਸਤੇ ਚੜ੍ਹਾਈ ਕੀਤੀ ਸੀ ਘੋੜੀ ਤੇ ਸਵਾਰ ਹੋਇਆ ਸੀ ਉਹ ਭਾਰੀ ਸ਼ਕਤੀ ਦਾ ਮਾਲਕ ਹੈ ਲੋਕ ਬਪੋਰ ਰਹੇ ਬਚਕਾਈ ਤੇ ਇਸ ਲਈ ਬੜਿਆਂ ਲੋਕਾਂ ਨੇ ਮੇਰੇ ਸਾਥੀਆਂ ਨੇ ਮੈਨੂੰ ਸਮਝਾਉਣਾ ਕੀਤਾ ਸੀ ਮਾਨੀ ਮੈਂ ਨਾ ਕਰੀ ਪਛਤਾਈ ਮੈਂ ਪਰ ਉਹਨਾਂ ਦਾ ਇੱਕ ਵੀ ਬਚਨ ਨਹੀਂ ਮੰਨਿਆ ਬੜੀ ਭੈੜੀ ਮਤ ਅਪਣਾਈ ਸੀ ਮੋਹਨ ਕੋ ਜਪੇ ਕਪਿਲ ਨ ਭਾਵਤ ਤੇ ਜਿਹੜੇ ਸਿਆਣੇ ਲੋਕਾਂ ਦਾ ਕਹਿਆ ਦੁਨੀਆ ਵਿੱਚ ਨਹੀਂ ਮੰਨਦੇ ਮਮ ਸਮਾਨ ਦੁਖ ਹੋਵੇ ਪਛਤਾਵਤ ਤੇ ਫਿਰ ਭਾਈ ਉਹ ਮੇਰੇ ਵਾਂਗ ਹੀ ਸੰਸਾਰ ਵਿੱਚ ਦੁੱਖ ਪਾਉਂਦੇ ਨੇ ਜਿਹੜੇ ਲੋਕ ਇਸ ਪ੍ਰਕਾਰ ਸਾਧੂਆਂ ਸੰਤਾਂ ਦੀ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦੇ ਨੇ ਤੇ ਜੇਕਰ ਉਹਨਾਂ ਨੂੰ ਕੋਈ ਸਮਝਾਵੇ ਤੇ ਜੇਕਰ ਉਹ ਨਾ ਸਮਝਣ ਕਰੋੜੀ ਮਲ ਕਹਿੰਦਾ ਫਿਰ ਇਸ ਪ੍ਰਕਾਰ ਮੇਰੇ ਵਾਂਗ ਸੰਸਾਰ ਵਿੱਚ ਦੁੱਖ ਪਾਉਂਦੇ ਨੇ ਗੁਣਤ ਵਿਸਮ੍ਰਿਤ ਗਮਨਤ ਜਬਹੀ ਇਸ ਪ੍ਰਕਾਰ ਘੋੜੀ ਦੇ ਉੱਪਰ ਬੈਠਾ ਹੈ ਜਿਸਦਾ ਕੁਝ ਨਹੀਂ ਹਿਰਦੇ ਅੰਦਰ ਗਿਣਤੀਆਂ ਮਿਣਤੀਆਂ ਵਿਚਾਰਦਾ ਹੈ ਨਿਰਕੀ ਨਰਨ ਨੈਣ ਕਤ ਕਬਹੀ ਤੇ ਜਦੋਂ ਇਹਦੇ ਸੰਗੀ ਸਾਥੀਆਂ ਨੇ ਜਾਣਿਆ ਹੈ ਨਾ ਕਿ ਇਸ ਨੂੰ ਦਿਸਣਾ ਬੰਦ ਹੋਇਆ ਜਦੋਂ ਸੰਗੀ ਸਾਥੀਆਂ ਨੂੰ ਪਤਾ ਲੱਗਿਆ ਹੈ ਅਯੋ ਦੀਨ ਬੋਲਿਓ ਪਛਤਾਈ ਤੇ ਜਦੋਂ ਸੰਗੀ ਸਾਥੀਆਂ ਨੇ ਆ ਕਰਕੇ ਇਸ ਦੇ ਨਜ਼ਦੀਕ ਬਚਨ ਬਲਾਸ ਕੀਤੇ ਨੇ ਇਹਨੂੰ ਬੜਾ ਪਛਤਾਵਾ ਹੋਇਆ ਹੈ ਬੜਾ ਅਧੀਨ ਨਿਮਰਤਾ ਵਿੱਚ ਹੋ ਕੇ ਬੋਲਿਆ ਹੈ ਅਬ ਦਿਨ ਕੀ ਮੈਂ ਮਹਿਮਾ ਪਾਈ ਕਿ ਜਿਸ ਗੁਰੂ ਨਾਨਕ ਨੂੰ ਮੈਂ ਪਕੜਨ ਚੱਲਿਆ ਸੀ ਕੈਦ ਕਰਨ ਚੱਲਿਆ ਸੀ ਹੁਣ ਮੈਂ ਉਹਨਾਂ ਦੀ ਮਹਿਮਾ ਜਾਣੀ ਹੈ ਤੇ ਇਸ ਪ੍ਰਕਾਰ ਜਿਵੇਂ ਭਾਈ ਤੁਸੀਂ ਕਹਿੰਦੇ ਸੀ ਨਾ ਬਿਲਕੁਲ ਉਨੀ ਹੀ ਸ਼ਕਤੀ ਦਾ ਮਾਲਕ ਹੈ ਤੇ ਮੈਂ ਤਾਂ ਰਸਤੇ ਵਿੱਚ ਆਉਂਦਾ ਹੀ ਅੰਨਾ ਹੋਇਆ ਹਾਂ ਮੈਨੂੰ ਕੁਝ ਵੀ ਦਿਸਦਾ ਨਹੀਂ
ਬਖਸ਼ਤ ਧਾਰੀ ਤੇ ਮੈਂ ਹਮੇਸ਼ਾ ਹੀ ਨਾਮ ਜਪਣ ਵਾਲੇ ਗੁਰੂ ਨਾਨਕ ਦੇ ਨਾਲ ਈਰਖਾ ਕੀਤੀ ਸੀ। ਦੇਖ ਕੋ ਫਲ ਪ੍ਰਾਪਤ ਦੁਖ ਭਾਰੀ ਤੇ ਜੋ ਮੈਂ ਬੀਜਿਆ ਸੀ ਨਾ ਉਹੀ ਮੈਂ ਵੱਢਿਆ, ਉਹੀ ਫਲ ਪ੍ਰਾਪਤ ਹੋਇਆ ਹੈ। ਜਲ ਸਮੀਪ ਅਬ ਮੋਜੇ ਬਖਸ਼ਾਵੋ ਤੇ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਮੈਨੂੰ ਪਕੜ ਕੇ ਲੈ ਜਾਵੋ ਗੁਰੂ ਨਾਨਕ ਦੇ ਕੋਲ, ਮੇਰੀਆਂ ਭੁੱਲਾਂ ਬਖਸ਼ਾ ਦੇਵ। ਕਹੇ ਕਬੂਲ ਸੋ ਸਿਮਾ ਕਰਾਵੋ ਜਿਹੜੇ ਮੈਂ ਬੋਲ ਕਬੋਲ ਬੋਲੇ ਨੇ ਇਹਨਾਂ ਦੀ ਮਾਫੀ ਦਿਵਾ ਦੇਵ। ਮੈਂ ਅਰਦਾਸ ਕਰੋ ਤਿਤਾਈ ਤੇ ਮੈਂ ਤਾਂ ਹੁਣ ਗੁਰੂ ਨਾਨਕ ਦਾ ਦਾਸ ਸੇਵਕ ਬਣਨਾ ਚਾਹੁੰਦਾ ਹਾਂ। ਉਹ ਸਿੱਖ ਰੱਖੈ ਸਰਨਾਈ ਤੇ ਗੁਰੂ ਨਾਨਕ ਮੇਰੇ ਤੇ ਕਿਤੇ ਕਿਰਪਾ ਕਰ ਦੇਵੇ, ਮੈਨੂੰ ਆਪਣਾ ਸਿੱਖ ਬਣਾ ਕੇ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਵੇ ਜੀ। ਸੁਣ ਕੇ ਨਰਨ ਸਰਬ ਸੁਝਾਇਓ ਤੇ ਸੁਣ ਕਰਕੇ ਸੰਗੀ ਸਾਥੀਆਂ ਨੇ ਇਸ ਨੂੰ ਸਮਝਾਉਣਾ ਕੀਤਾ ਹੈ। ਅਬ ਕੋ ਪਤਾ ਆਪ ਨੇ ਪਾਇਓ ਕਹਿਣ ਲੱਗੇ ਕਿਉਂ ਕਰੋੜੀ ਮਨ, ਲੱਗਿਆ ਪਤਾ ਲੈ ਲਿਆ ਪਰਤਾਵਾ ਪੂਰੇ ਗੁਰੂ ਦਾ। ਉਤਰ ਤਰੰਗਣ ਤੇ ਵਿਖਾਈ ਏਦਾਂ ਕਰ ਫਿਰ ਜਿਹੜੇ ਭੁੱਲਾਂ ਬਖਸ਼ਾਉਣ ਜਾਂਦੇ ਨੇ ਨਾ, ਜਿਹੜੇ ਮਾਫੀਆਂ ਲੈਣ ਜਾਂਦੇ ਨੇ, ਉਹ ਕਦੇ ਵੀ ਘੋੜਿਆਂ ਤੇ ਚੜ੍ਹ ਕੇ ਨਹੀਂ ਜਾਂਦੇ। ਹੁਣ ਤੂੰ ਘੋੜੀ ਤੋਂ ਥੱਲੇ ਉਤਰ, ਨਿਮਰਤਾ ਦੇ ਵਿੱਚ ਆ ਕਰਕੇ ਧਰਤੀ ਤੇ ਚੱਲਣਾ ਕਰੋ ਜੀ। ਮੈਂ ਨੰਦਨ ਕਰ ਕੋ ਧਾਮੈ ਸਰਲਾਈ ਬਸ ਏਦਾਂ ਜਾਣ ਲਾ ਵੀ ਜਿੰਨੇ ਵੀ ਕਦਮ ਤੂੰ ਗੁਰੂ ਨਾਨਕ ਵੱਲ ਨੂੰ ਪਟਣੇ ਨੇ ਨਾ, ਉਹਨੇ ਕਦਮ ਕਦਮ ਤੇ ਨਮਸਕਾਰਾਂ ਕਰਦਾ ਜਾ, ਨੱਕ ਨੂੰ ਰਗੜਦਾ ਜਾ, ਭੁੱਲਾਂ ਬਖਸ਼ਾਉਂਦਾ ਜਾ। ਤਾਂ ਸਭਾ ਤੂੰ ਚਲ ਤੂੰ ਅਗਾਰੀ ਤੇ ਸ਼ਰਧਾ ਨੂੰ ਧਾਰਨ ਕਰਕੇ ਸਾਡੇ ਅੱਗੇ ਅੱਗੇ ਤੁਰਨਾ ਕਰ। ਮੈਂ ਮਨ ਕੋ ਜਾਏ ਕੇ ਚਰਨ ਮਝਾਰੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਪੈਣਾ ਕਰੋ। ਮੈਂ ਬਖਸ਼ ਕੇ ਤੁਝ ਦੀਨ ਦੇ ਅੱਲਾ ਤੇ ਅਸੀਂ ਸੁਣਿਆ ਹੈ ਕਿ ਗੁਰੂ ਨਾਨਕ ਬੜਾ ਦਿਆਲੂ ਕਿਰਪਾਲੂ ਸੁਭਾਅ ਦਾ ਮਾਲਕ ਹੈ, ਤੇਰੀਆਂ ਭੁੱਲਾਂ ਜ਼ਰੂਰ ਬਖਸ਼ੇਗਾ। ਮੈਂ ਭਗਤ ਬਖਸ਼ੇ ਜਿਨ ਬਿਰਦ ਵਿਸਾਲਾ ਜਿਹੜੇ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ, ਬੜੇ ਵਿਸ਼ਾਲ ਹਿਰਦੇ ਦਾ ਮਾਲਕ ਹੈ। ਜਿਨ ਬਿਰਦ ਵਿਸਾਲਾ, ਜਿਨ੍ਹਾਂ ਦਾ ਜਿਹੜਾ ਬਿਰਦ ਹੈ ਸੁਭਾਅ ਹੈ ਬੜਾ ਵੱਡਾ ਹੈ, ਪਰਉਪਕਾਰੀ ਹੈ। ਮੈਂ ਕੀ ਭੰਗੀ ਮਾਨ ਫਰਮਾਨਾ ਤੇ ਇਸ ਪ੍ਰਕਾਰ ਉਹਨਾਂ ਦੀ ਜਿਹੜੀ ਹੀਣ ਹੈ ਨਾ ਤੂੰ ਮੰਨਣਾ ਕਰ, ਉਹਨਾਂ ਦਾ ਡਰ ਭੈ ਮੰਨਣਾ ਕਰ। ਜਿਹੜਾ ਮਨ ਦਾ ਹੰਕਾਰ ਹੈ ਇਸ ਨੂੰ ਦੂਰ ਕਰ। ਉਤਰਿਓ ਮਾਰਗ ਚਰਨ ਚਲਾਨਾ ਸੰਗੀ ਸਾਥੀਆਂ ਦੇ ਬਚਨ ਸੁਣ ਕਰਕੇ ਘੋੜੀ ਤੋਂ ਉਤਰਿਆ ਹੈ ਔਰ ਆਪਣੇ ਕਦਮਾਂ ਦੇ ਨਾਲ ਚੱਲਦਾ ਹੈ। ਮੈਂ ਨਮੋ ਕਰਕੇ ਪਾਕ ਪਾਕ ਹੋਵੇ ਦੀਨਾ ਜਿਵੇਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਵੱਲ ਤੁਰਦਾ ਹੈ, ਵਾਰ-ਵਾਰ ਨਮਸਕਾਰਾਂ ਕਰਦਾ ਹੈ। ਅਨਕ ਭਾਂਤ ਜਿਸ ਵਰਣਨ ਕੀਨਾ ਤੇ ਅਨਕ ਭਾਂਤ ਕਈ ਤਰੀਕਿਆਂ ਦੇ ਨਾਲ ਗੁਰੂ ਨਾਨਕ ਦੀ ਵਡਿਆਈ ਕਰਦਾ ਮੈਂ ਹੈ। ਇੱਕ ਦੂਰ ਦੇ ਉੱਚ ਪੁਕਾਰਾ ਤੇ ਦੂਰ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਉੱਚੀ ਉੱਚੀ ਪੁਕਾਰਦਾ ਜਾਂਦਾ ਹੈ। ਛਿਮਕੋ ਮੈਂ ਦਾਸ ਤੁਮਾਰਾ ਮਾਫ ਕਰੋ ਮੈਂ ਆਪ ਜੀਆਂ ਦਾ ਸੇਵਕ ਹਾਂ। ਮਸਤ ਗਰਭ ਭਗਵੰਤ ਸੁਧਰਾਈ ਹੇ ਗੁਰੂ ਨਾਨਕ ਪਾਤਸ਼ਾਹ, ਤੂੰ ਪੰਛੀਆਂ ਦੇ ਪਤੀ ਗਰੜ ਪੰਛੀ ਵਰਗਾ ਹੈ ਤੇ ਮੇਰੀ ਔਕਾਤ ਮੱਛਰ ਵਰਗੀ ਹੈ। ਰੰਚ ਮੇਰੀ ਸਮਤਾ ਕਰਾਈ ਤੇਰਾ ਜੀਵਨ ਸਮੇਰ ਪਰਬਤ ਵਰਗਾ ਬੜਾ ਤਗੜਾ ਹੈ ਔਰ ਮੇਰੀ ਔਕਾਤ ਇੱਕ ਕੱਖ ਵਰਗੀ ਹੈ। ਮਹਾਰਾਜ ਜੇਕਰ ਇਸ ਪ੍ਰਕਾਰ ਆਪਣਾ ਪ੍ਰਤਾਪ, ਆਪਣਾ ਉਜਾਲਾ, ਆਪਣੀ ਰੋਸ਼ਨੀ ਪਟਿਆਣਾ ਜਿੰਨੀ ਮਰਜ਼ੀ ਵਿਖਾ ਲਵੇ, ਪਰ ਮਹਾਰਾਜ ਕਦੇ ਸੂਰਜ ਤਾਂ ਫਿੱਕੇ ਨਹੀਂ ਪੈਂਦੇ ਨੇ। ਜੁਗਨੂੰ ਜਿੰਨੇ ਮਰਜ਼ੀ ਇਕੱਠੇ ਹੋ ਕੇ ਜਗਦੇ ਰਹਿਣ, ਕਦੇ ਪ੍ਰਵਾਹ ਨਹੀਂ ਕੀਤੀ ਸੂਰਜਾਂ ਨੇ। ਮੇਰਾ ਜੀਵਨ ਪਟਿਆਣੇ ਵਰਗਾ, ਜੁਗਨੂੰ ਵਰਗਾ ਹੈ। ਆਪ ਜੀਆਂ ਦੀ ਵਿਸ਼ਾਲ ਸ਼ਕਤੀ ਸੂਰਜ ਵਰਗੀ ਹੈ। ਮਹਾਰਾਜ ਬਸ ਭੈੜੀ ਮਤ ਵਾਲਾ ਸੀ, ਐਸੀ ਮੇਰੀ ਦਿਸ਼ਾ ਸੀ। ਮਹਾਰਾਜ ਝੂਠ
ਨਹੀਂ ਬੋਲਦਾ ਸੱਚ ਕਹਿੰਦਾ ਹਾਂ, ਬੜੀ ਆਪ ਜੀਆਂ ਦੀ ਨਿੰਦਿਆ ਕੀਤੀ ਹੈ। ਅਪਰਾਧੀ ਮੈਂ ਪ੍ਰਭੂ ਤੇ ਤੁਮਾਰਾ, ਮੈਂ ਤਾਂ ਮਹਾਰਾਜ ਮੁੱਕਦੀ ਗੱਲ ਇਹ ਹੈ ਕਿ ਆਪ ਜੀਆਂ ਦਾ ਗੁਨਹਗਾਰ ਹਾਂ, ਅਪਰਾਧੀ ਮੈਂ ਹਾਂ। ਬਖਸ਼ ਲਿਹੁ ਅਬਦੀਨ ਦਿਆਰਾ। ਇਹ ਦਿਆਲੂ ਕਿਰਪਾਲੂ ਸਤਿਗੁਰੂ ਜੀ, ਮੇਰੀਆਂ ਭੁੱਲਾਂ ਬਖਸ਼ ਲਵੋ। ਹਿਰਦੇ ਵਿਸਮ੍ਰਿਤ ਆਸ ਮੁਖ ਬੋਲਤੇ, ਇਹਦਾ ਹਿਰਦੇ ਅੰਦਰ ਪਛਤਾਵਾ ਕਰਦਾ ਹੈ ਸੰਗਤ ਜੀ, ਔਰ ਮੁਖ ਤੋਂ ਏਦਾਂ ਬੋਲਦਾ ਜਾਂਦਾ ਹੈ। ਮੈਂ ਡਗਮਗ ਪਾਕ ਮਗ ਚਲਤੇ ਡੋਲਤੇ, ਤੇ ਡਗਮਗ ਕਰਦਾ, ਕਦੇ ਇਧਰ ਨੂੰ ਵੱਜਦਾ, ਕਦੇ ਇਧਰ ਨੂੰ ਸੰਗੀ ਸਾਥੀਆਂ 'ਚ ਵੱਜਦਾ, ਕਿਉਂਕਿ ਅੱਖਾਂ ਤੋਂ ਤਾਂ ਦਿਸਦਾ ਨਹੀਂ। ਏਦਾਂ ਗੁਰੂ ਨਾਨਕ ਪਾਤਸ਼ਾਹ ਵੱਲ ਚੱਲ ਰਿਹਾ ਹੈ, ਆਪਣੀਆਂ ਭੁੱਲਾਂ ਨੂੰ ਬਖਸ਼ਾਉਂਦਾ। ਤੇ ਐਸੇ ਇਤਿਹਾਸ ਤੋਂ ਸੰਗਤ ਜੀ ਸਿੱਖਿਆ ਮਿਲਦੀ ਹੈ। ਜਿਹੜੇ ਲੋਕ ਗੁਰੂ ਗ੍ਰੰਥ ਗੁਰੂ ਪੰਥ ਦੀ, ਜਿਹੜੇ ਲੋਕ ਗੁਰ ਇਤਿਹਾਸ ਦੀ ਦਸਮ ਗ੍ਰੰਥ ਦੀ, ਜਿਹੜੇ ਲੋਕ ਸਤ ਸੰਗਤ ਦੀ ਵਾਹਿਗੁਰੂ ਦੇ ਨਾਮ ਦੀ ਨਿੰਦਿਆ ਕਰਦੇ ਨੇ, ਉਹਨਾਂ ਲਈ ਇਹ ਬੜੀ ਵੱਡੀ ਸਿੱਖਿਆ ਹੈ ਕਿ ਉਹਨਾਂ ਬਸ ਹੁਣ ਆਪਣੀਆਂ ਭੁੱਲਾਂ ਬਖਸ਼ਾ ਲੈਣ। ਗੁਰੂ ਦਰਬਾਰ ਵਿੱਚ ਆ ਕਰਕੇ, ਗੁਰੂ ਗ੍ਰੰਥ ਸਾਹਿਬ ਦੀਆਂ ਅੱਗੇ ਕੰਨ ਪਕੜ ਕਰਕੇ, ਨੱਕ ਰਗੜ ਕਰਕੇ, ਹੱਥ ਜੋੜ ਕਰਕੇ ਇਹ ਕਹਿ ਦੇਣ ਕਿ ਅਸੀਂ ਤਾਂ ਮਹਾਰਾਜ ਆਪ ਜੀਆਂ ਦੇ ਪੰਥ ਦੀ, ਆਪ ਜੀਆਂ ਦੇ ਗ੍ਰੰਥ ਦੀ, ਆਪ ਜੀਆਂ ਦੇ ਸਰੋਵਰਾਂ ਦੀ, ਆਪ ਜੀਆਂ ਦੇ ਇਤਿਹਾਸਕ ਸਥਾਨਾਂ ਦੀ, ਮਹਾਰਾਜ ਆਪ ਜੀਆਂ ਦੇ ਗੁਰ ਇਤਿਹਾਸ ਦੀ ਬੜੀ ਨਿੰਦਿਆ ਕੀਤੀ। ਨਾ ਤਾਂ ਅਸੀਂ ਗੁਰ ਇਤਿਹਾਸ ਪੜ੍ਹਿਆ ਸੀ, ਨਾ ਹੀ ਮਹਾਰਾਜ ਆਪ ਜੀਆਂ ਦਾ ਇਤਿਹਾਸ ਸੁਣਿਆ ਸੀ। ਬਿਨਾਂ ਪੜ੍ਹੇ, ਬਿਨਾਂ ਸੁਣੇ, ਬਿਨਾਂ ਸਤ ਸੰਗਤ ਕੀਤੇ ਕਿਸੇ ਮੂਰਖ ਪ੍ਰਚਾਰਕ ਦੇ ਪਿੱਛੇ ਲੱਗ ਕਰਕੇ ਆਪ ਜੀਆਂ ਦੀ ਨਿੰਦਿਆ ਕੀਤੀ ਹੈ। ਤੇ ਆਪ ਜੀ ਸਾਡੀਆਂ ਭੁੱਲਾਂ ਬਖਸ਼ ਲਵੋ। ਆਪ ਜੀ ਬਖਸ਼ਣਹਾਰ ਹਨ। ਤੇ ਗੁਰੂ ਦਾ ਇਹ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜਿਹੜਾ ਭੁੱਲਾਂ ਬਖਸ਼ਾਉਂਦਾ, ਨੀਵੀਂ ਪਾ ਕਰਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਅੱਗੇ ਹੱਥ ਜੋੜ ਕੇ ਜੀਵਨ ਵਿੱਚ ਕੀਤੀਆਂ ਜਾਣੇ ਅਣਜਾਣੇ ਭੁੱਲਾਂ ਗਲਤੀਆਂ ਬਖਸ਼ਾਉਣਾ ਚਾਹੇ, ਤੇ ਗੁਰੂ ਪਾਤਸ਼ਾਹ ਦਾ ਸੁਭਾਅ ਹੈ ਉਸ ਨੂੰ ਆਪਣਾ ਮੂਰਖ ਪੁੱਤਰ ਜਾਣ ਕਰਕੇ ਆਪਣੇ ਗਲ ਲਾ ਦਿੰਦੇ। ਅੱਗੇ ਤੋਂ ਮਹਾਰਾਜ ਸੋਝੀ ਬਖਸ਼ ਦਿੰਦੇ ਨੇ। ਜਿਵੇਂ ਭਾਈ ਨੰਦ ਲਾਲ ਨੇ ਭੁੱਲਾਂ ਬਖਸ਼ਾਈਆਂ ਕਲਗੀਧਰ ਪਾਤਸ਼ਾਹ ਤੋਂ, ਤੇ ਮਹਾਰਾਜ ਕਹਿੰਦੇ ਸਨ, ਆਗਿਆ ਸਮਝ ਚੱਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਜੀਵਨ ਜਿਹੜਾ ਬੀਤ ਗਿਆ ਉਹਦਾ ਤਾਂ ਕੁਝ ਕਰ ਨਹੀਂ ਸਕਦੇ, ਪਰ ਜਿੰਨੇ ਕੁ ਸਵਾਸ ਰਹਿੰਦੇ ਨੇ ਨਾ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ, ਸਤ ਸੰਗਤ ਦੇ ਵਿੱਚ ਆ ਕਰਕੇ ਇਸ ਪ੍ਰਕਾਰ ਉਹ ਸਫਲੇ ਕਰਦਾ। ਜਿੰਨੇ ਕੁ ਲੋਕ ਤੋਂ ਆਪਣਿਆਂ ਭੈੜਿਆਂ ਬੋਲਾਂ ਦੇ ਨਾਲ ਗੁਰੂ ਤੋਂ ਤੋੜ ਦਿੰਦੇ, ਸਤ ਸੰਗਤ ਤੋਂ ਤੋੜ ਦਿੰਦੇ ਆ ਨਾ, ਉਹ ਤਾਂ ਟੁੱਟ ਗਏ ਨੇ। ਪਰ ਜਿੰਨੇ ਕੁ ਸਵਾਸ ਬਚੇ ਨੇ, ਉਹ ਹੁਣ ਗੁਰੂ ਦੀ ਮਹਿਮਾ ਕਰਿਆ ਕਰ, ਵਡਿਆਈ ਕਰਿਆ ਕਰ ਆਪਣੇ ਗੁਰੂ ਦੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਤੇਰਾ ਸੰਗੀ ਸਾਥੀ ਕੋਈ ਹੋਵੇ, ਰਿਸ਼ਤੇਦਾਰ ਬਣੇ, ਉਸ ਨੂੰ ਗੁਰੂ ਦੇ ਚਰਨਾਂ ਵਿੱਚ ਜੋੜ ਦੇਗੀ, ਉਸ ਨੂੰ ਗੁਰੂ ਵਾਲਾ ਬਣਾ ਦੇਗੀ। ਜਿਵੇਂ ਪੰਜ ਪਿਆਰੇ ਵਚਨ ਕਰਦੇ ਨੇ ਅੰਮ੍ਰਿਤ ਦੀ ਦਾਤ ਦੇਣ ਵੇਲੇ ਕਿ ਭਾਈ ਤੁਸੀਂ ਅੱਜ ਤੋਂ ਗੁਰੂ ਕਲਗੀਧਰ ਦੇ ਧੀ ਪੁੱਤਰ ਬਣੇ ਹੋ, ਗੁਰੂ ਵਾਲੇ ਬਣੇ ਹੋ, ਤੇ ਹੋਰ ਵੀ ਅੱਗੇ ਲੋਕਾਂ ਨੂੰ ਪ੍ਰੇਰਨਾ ਹੈ ਘੱਟ ਤੋਂ ਘੱਟ ਆਪਣੇ ਜੀਵਨ ਦੇ ਅੰਦਰ ਇੱਕ ਅੰਮ੍ਰਿਤ ਧਾਰੀ ਨੇ ਹੋਰਾਂ ਪੰਜਾਂ ਨੂੰ ਅੰਮ੍ਰਿਤ ਛਕਾਉਣਾ ਹੈ। ਤੇ ਐਸੇ ਇਤਿਹਾਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜਿਨ੍ਹਾਂ ਨੇ ਜੀਵਨ ਅੰਦਰ ਗੁਰੂ ਦੀ ਨਿੰਦਿਆ ਕਰਕੇ ਐਸੀਆਂ ਵੱਡੀਆਂ ਭੁੱਲਾਂ ਕੀਤੀਆਂ ਨੇ, ਜਿਨ੍ਹਾਂ ਦਾ ਲੇਖਾ ਦਰਗਾਹ ਦੇ ਵਿੱਚ ਦੇਣਾ ਪਵੇਗਾ। ਜੇਕਰ ਦਰਗਾਹ ਦੇ ਵਿੱਚ ਜਮਾਂ ਦੀ ਮਾਰ ਤੋਂ ਬਚਣਾ ਹੈ, ਤੇ ਫਿਰ ਇਸ ਲੋਕ ਦੇ ਵਿੱਚ ਹੀ ਆਪਣੇ ਪੰਥ ਤੋਂ, ਗੁਰੂ ਗ੍ਰੰਥ ਸਾਹਿਬ ਜੀਆਂ ਤੋਂ ਆ ਕੇ ਭੁੱਲਾਂ ਬਖਸ਼ਾ ਲੈ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ ਕਿ ਜੋ ਇਹ ਕਰੋੜੀ ਮਨ ਹੈ, ਲਾਹੌਰ ਸ਼ਹਿਰ ਦਾ ਰਹਿਣ ਵਾਲਾ, ਇਹ ਸਤਿਗੁਰਾਂ ਤੋਂ ਭੁੱਲਾਂ ਬਖਸ਼ਾਉਣ ਦੀ ਬਾਬਤ ਸਤਿਗੁਰਾਂ ਦੇ ਵੱਲ ਚੱਲਿਆ ਹੈ। ਡਗਮਗ ਡੋਲਦਾ ਹੈ, ਅੱਖਾਂ ਤੋਂ ਦਿਸਦਾ ਨਹੀਂ। ਤੇ ਗੁਰੂ ਪਾਤਸ਼ਾਹ ਦੇ ਕੋਲ ਕਿਵੇਂ ਪਹੁੰਚੇਗਾ, ਕੀ ਬਚਨ ਬਲਾਸ ਹੋਣਗੇ, ਮਹਾਰਾਜ ਕੀ ਉਪਦੇਸ਼ ਦੇਣਗੇ, ਇਸ ਨੂੰ ਕੱਲ੍ਹ ਦੀਆਂ ਕਥਾ ਵਿਚਾਰਾਂ ਦੇ ਵਿੱਚ ਸਰਵਣ ਕਰਾਂਗੇ ਜੀ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ का ਅਭਿਆਸ, ਗੁਰੂ का ਸ਼ਬਦ ਜਾਣ ਕੇ ਹਿਰਦਿਆਂ ਦੇ ਵਿੱਚ ਵਸਾਉਣਾ। ਸ਼ਰਧਾ ਭਾਵਨਾ ਦੇ ਨਾਲ ਪੂਰਨ ਭਰੋਸਾ ਰੱਖ ਕਰਕੇ ਸਤ ਸੰਗਤ ਦੇ ਵਿੱਚ ਹਾਜ਼ਰੀਆਂ ਭਰਨੀਆਂ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਨਿਰਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰਿਆ ਸਬਦ ਗਾਵਣ ਆਇਆ। ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਕੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਮ ਰਹੋ ਤੂੰ ਮਨ ਮੇਰੇ। ਦੁਖ ਸਭ ਸੰਨਾ ਅੰਗੀਕਾਰ ਹੋ ਕਰੇ ਤੇਰਾ ਕਾਜ। ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਆ ਮਨ ਹਮਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਹੈ ਸੋ ਪਾਵੇ। ਸਦਾ ਸਿਫਤ ਸਲਾਮ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਸ ਜਰੇ ਵਡਿਆਈਆ। ਕਹ ਨਾਨਕ ਸੁਣੋ ਸੰਤ ਹੋ ਸ਼ਬਦ ਧਰਮ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ। ਤੁਧ ਕਰਮ ਪਾਇਆ ਤੁਧ ਜਿਨ ਪਾਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ। ਅਨਹਦ ਸਮਾਹ ਵਡ ਭਾਗੀ ਹੋ ਸਗਲ ਮਨੋਰਥ ਪਾਰ ਕਰਮ ਪ੍ਰਪਾਇਆ। ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਘਰ ਪੂਰੇ। ਮਿਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸਲੋਕਾ ਪਵਨ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਜਾਇਆ ਮਿਲੈ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ